ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਅਥ ਸੰਸਾਰ ਮਹਿ। ਜਾਮ ਗੁਰੂ ਹੋਏ ਵਲ, ਤਨਹਿ ਕਿਆ ਗਾਰਵ ਦਿਜੈ। ਜਾਮ ਗੁਰੂ ਹੋਏ ਵਲ, ਲਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵਲ, ਗਿਆਨ ਅਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵਲ, ਸ਼ਬਦ ਸਾਖੀ ਸੋ ਸਚ ਹੈ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਪਤ ਬੇਨਤ ਕਹੈ। ਜੋ ਗੁਰ ਨਾਮ ਰਿਦ ਮਹਿ ਤਰੈ, ਸੇ ਜਨਮ ਮਰਨ ਦੋਹ ਥੇ ਰਹੈ। ਬੇਸੁਮਾਰ ਅਥਾਹ ਅਗਨਤ ਤੋਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਧਰਮ ਪੰਥ ਧਰਿਓ ਧਰਨੀ ਧਰ, ਆਪ ਰਹੇ ਲਿਵ ਧਾਰ ਨਾ ਧਾਵਤ ਹੈ। ਮਥੁਰਾ ਪਨ ਭਾਗ ਭਲੇ ਉਨਕੇ, ਮਨ ਇਛਤ ਹੀ ਫਲ ਪਾਵਤ ਹੈ। ਰਵ ਕੇ ਸੁਤ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਰਵ ਕੇ ਸੁਤ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਲਿਵ ਲਾਵਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ
ਹਿਰਦੇ ਅੰਦਰ ਪ੍ਰੀਤ ਅਤੇ ਪ੍ਰਤੀਤ ਭਗਤੀ ਨੂੰ ਧਾਰਨ ਕਰਕੇ ਸਤਿਗੁਰੂ ਕੇ ਸ਼ਬਦ ਆਧਾਰ ਦੇ ਨਾਲ ਆਪਣੇ ਮਨੁੱਖਾ ਜੀਵਨ ਦਾ ਸਰਵਸ਼੍ਰੇਸ਼ਟ ਕਲਿਆਣ ਕਰਨ ਦਾ ਸ਼ੁਭ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਦੇ ਸਦਕਾ ਆਪ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜ ਕੇ ਗਿਆਨਾਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੰਮ ਅਗੋਚਰ ਪਾਰ ਬ੍ਰਹਮ ਸਰੂਪ ਦਾ ਪਰਮ ਦੀਦਾਰ ਕਰਨ ਉਪਰੰਤ ਆਪਣੀ ਇਸ ਰਸਨਾ ਦੁਆਰਾ ਗੁਰੂ ਸਾਹਿਬ ਜੀ ਦੀ ਅਕਥ ਗੋਚਰ ਸਰੂਪ ਦੀ ਅਕਥ ਕਥਾ ਨੂੰ ਕਥਨ ਦਾ ਬਾਣੀ ਦੇ ਮਾਧਿਅਮ ਦੁਆਰਾ ਯਤਨ ਕਰਦੇ ਹਨ। ਅਤੇ ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਸੀ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬ੍ਰਹਮੰਡੀ ਸਰੂਪ ਦਾ। ਬ੍ਰਹਮੰਡੀ ਸਰੂਪ ਦਾ ਭਾਵ ਕਿ ਸਾਡੀ ਅੱਖ ਕੇਵਲ ਇਸ ਮਾਤ ਲੋਕ ਨੂੰ ਦੇਖਦੀ ਹੈ, ਉਹ ਵੀ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਨਹੀਂ, ਪਰ ਜਦੋਂ ਜਿਹੜੀ ਸੁਰਤ ਦੀਆਂ ਅੱਖਾਂ ਦੇ ਨਾਲ ਦੇਖਿਆ ਜਾਂਦਾ ਹੈ ਤਾਂ ਫਿਰ ਗੁਰੂ ਕੇ ਅਗੰਮ ਨਿਗਮ ਸਰੂਪ ਦੇ ਦਰਸ਼ਨ ਹੁੰਦੇ ਹਨ। ਤਾਂ ਭੱਟ ਸਾਹਿਬਾਨਾਂ ਨੇ ਉਚਾਰਨ ਕੀਤਾ ਸੀ ਕਿ ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਅਕਾਲ ਪੁਰਖ ਸਰੂਪ ਹੋ ਕੇ ਸਭ ਜਗ੍ਹਾ ਪ੍ਰਕਾਸ਼ਮਾਨ ਹੋ। ਵਾਹੋ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਅਤੇ ਇਸੇ ਤਰ੍ਹਾਂ ਫਿਰ ਬਖਸ਼ਿਸ਼ ਕੀਤੀ ਸੀ ਭੱਟ ਸਾਹਿਬਾਨਾਂ ਨੇ ਕਿ ਜਿਸ ਅਕਾਲ ਪੁਰਖ ਨੂੰ ਅਗੰਮ ਅਨਾਦ ਅਨੰਤ ਕਿਹਾ ਜਾਂਦਾ, ਜੋ ਰਚਨਾ ਨੂੰ ਘੜਨ ਦੇ, ਪਾਲਣ ਦੇ, ਖਤਮ ਕਰਨ ਦੇ ਸਮਰੱਥ ਹੈ, ਜਿਹਦਾ ਕੀਤਾ ਹੀ ਇਸ ਸਾਰੇ ਜਗਤ ਵਿੱਚ ਵਰਤਦਾ ਹੈ, ਉਹ ਸਤਨਾਮ ਸਦੀਵ ਕਰਤਾ ਪੁਰਖ ਗੁਰੂ ਰਾਮਦਾਸ ਸਾਹਿਬ ਜੀ ਦੇ ਚਿੱਤ ਅੰਦਰ ਵਸਦਾ ਹੈ। ਫਿਰ ਭਗਤੀ ਭਾਵ ਦੇ ਵਿੱਚ ਭੱਟ ਮਥੁਰਾ ਜੀ ਨੇ ਵਾਹ ਕਹੇ ਸਨ ਕਿ ਜਿਹੜੀ ਵਿਕਾਰਾਂ ਦੇ ਵਿੱਚ ਡੋਲ ਰਹੀ ਬੁੱਧ ਹੈ, ਜਦੋਂ ਹੀ ਮੈਂ ਗੁਰੂ ਚਰਨਾਂ ਦੇ ਨਾਲ ਜੋੜ ਦਿੱਤੀ, ਇਹ ਥਿਰ ਹੋ ਗਈ ਹੈ। ਅਤੇ ਜਿਹੜਾ ਪਹਿਲਾਂ ਜੀਵਨ ਮਾਇਆ ਦੇ ਵਹਿਣ ਵਿੱਚ ਵਹਿੰਦਾ ਹੋਇਆ ਪ੍ਰਤੀਤ ਹੋ ਰਿਹਾ ਸੀ, ਹੁਣ ਗੁਰੂ ਸ਼ਬਦ ਦੇ ਨਾਲ ਠਹਿਰ ਗਿਆ। ਇਸ ਕਰਕੇ ਭੱਟ ਮਥੁਰਾ ਜੀ ਨੇ ਜ਼ਿਕਰ ਕੀਤਾ ਸੀ ਕਿ ਇਸ ਕਲਯੁਗ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਹੀ, ਉਹਨਾਂ ਦਾ ਹੀ ਨਾਮ ਸੰਸਾਰ ਦੀ ਕਲਿਆਣ ਕਰਨ ਵਾਲਾ ਹੈ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਤਾਂ ਭੱਟ ਮਥੁਰਾ ਜੀ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਕਿਉਂਕਿ ਜਦੋਂ ਸੰਸਾਰ ਦੇ ਵਿੱਚ ਅਧਰਮ ਪਸਰ ਜਾਂਦਾ ਹੈ, ਅਗਿਆਨ ਦਾ ਹਨੇਰਾ ਸਾਰਿਆਂ ਦੇ ਮਨ ਮਸਤਕ ਨੂੰ ਢੱਕ ਕੇ ਅਤੇ ਕੁਮਾਰਗ ਦੀ ਤਰਫ ਲਗਾ ਦਿੰਦਾ ਹੈ, ਜਦ ਵਿਕਾਰਾਂ ਵਾਸਨਾਵਾਂ ਦਾ ਅਥਾਹ ਵਹਿਣ ਸਾਰਿਆਂ ਦੀ ਭਗਤੀ ਨੂੰ, ਸਾਰਿਆਂ ਦੀ ਸਾਧਨਾ ਨੂੰ ਦਲ ਮਲ ਦਿੰਦਾ ਹੈ, ਉਸ ਸਮੇਂ ਇਸ ਸ੍ਰਿਸ਼ਟ ਪੁਰਖ ਦਾ ਕਰਤਾ, ਇਸ ਸ੍ਰਿਸ਼ਟੀ ਦਾ ਕਰਤਾ ਪੁਰਖ ਖੁਦ ਇਸ ਧਰਤੀ ਦੇ ਵਿੱਚ ਵਿਦਮਾਨ ਹੋ ਕੇ ਸਤ ਸਰੂਪ ਧਾਰਨ ਕਰਕੇ ਫਿਰ ਉਸ ਸਾਰੇ ਧਰਮ ਦਾ ਉਭਾਰ ਕਰਦਾ ਹੈ। ਅਤੇ ਇਹ ਉਹਦੇ ਤਮਾਸ਼ੇ ਦਾ ਹੀ ਇੱਕ ਪਾਰਟ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਜਦੋਂ ਇਸ ਸ੍ਰਿਸ਼ਟੀ ਦੇ ਵਿੱਚ ਅੰਧਕਾਰ, ਅਗਿਆਨ, ਅਧਰਮ ਵਿਸ਼ਾਲ ਰੂਪ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਅਤੇ ਪਰਮੇਸ਼ਰ ਦੀ ਹਸਤੀ ਦੀ ਵਿਚਾਰ ਤਾਂ ਕਿਤੇ ਦੂਰ ਰਹੀ, ਮਨੁੱਖਾਂ ਨੂੰ ਸ਼ੁਭ ਕਰਮ ਕਰਨ ਦੀ ਵੀ ਜਾਚ ਭੁੱਲ ਗਈ, ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਸਤ ਸੰਗਤ ਰੂਪ ਦੇ ਵਿੱਚ ਆਪਣਾ ਜਿਹੜਾ ਅਧਿਆਤਮਿਕ ਰਾਜ ਆਰੰਭ ਕੀਤਾ। ਇਸ ਅਧਿਆਤਮਿਕ ਰਾਜ ਦੇ ਵਿੱਚ ਜਿਹੜੇ ਜੁੜਦੇ ਗਏ, ਭਾਵ ਕਿ ਜਿਨ੍ਹਾਂ ਨੇ ਸਤ ਸੰਗਤ ਵਿੱਚ ਆ ਕੇ ਗੁਰ ਸ਼ਬਦ ਨੂੰ ਗਾਹੋ ਦੇ ਨਾਲ ਵਿਚਾਰਿਆ, ਭਾਵਨਾ ਕਰਕੇ ਸੁਣਿਆ, ਪ੍ਰੀਤ ਕਰਕੇ ਹਿਰਦੇ ਵਿੱਚ ਧਾਰਨ ਕੀਤਾ,
ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਉਹ ਸੰਤ ਰੂਪ ਹੋ ਗਏ, ਭਾਵ ਕਿ ਸਾਰੇ ਸੰਸਾਰ ਦੀ ਮਾਇਆ ਦਾ ਪ੍ਰਭਾਵ ਜਿਹੜਾ ਦੁਰਮਤ ਕਰਕੇ, ਅਗਿਆਨ ਕਰਕੇ ਹੁੰਦਾ, ਸਾਰਾ ਉਹਨਾਂ ਦੇ ਜੀਵਨ 'ਚੋਂ ਨਾਸ਼ ਹੋ ਗਿਆ। ਗਿਆਨ ਰੂਪ ਪੁਰਖ ਹੋ ਕੇ ਉਹ ਨਾਮ ਰਸੀਏ ਬਣ ਗਏ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਸੰਤਤ ਹੀ ਸਤ ਸੰਗਤ ਸੰਗ। ਕਿ ਇਸ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਸਤ ਸੰਗਤ ਰਚ ਕੇ ਤੇ ਸੰਤ ਪੁਰਖਾਂ ਦੇ ਜਨਮ ਦਾ ਸਥਾਨ ਬਣਾ ਦਿੱਤਾ ਹੈ। ਹੁਣ ਇੱਕ ਮਾਤਾ ਸੁੱਤ ਨੂੰ ਜਨਮ ਦਿੰਦੀ ਹੈ, ਪਰ ਜਿਹੜੀ ਸਤ ਸੰਗਤ ਹੈ ਉਹ ਸੰਤ ਨੂੰ ਜਨਮ ਦਿੰਦੀ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਜਿਹੜੇ ਸੰਤਤ ਸੁਭਾਅ ਵਾਲੇ ਹੋ ਗਏ ਹਨ, ਉਹੀ ਤੁਹਾਡੀ ਸਤ ਸੰਗਤ ਦੇ ਵਿੱਚ ਜੁੜ ਕੇ ਸੁਰੰਗ ਰਤੇ ਐਸੇ ਪ੍ਰੇਮ ਰਤ ਦੇ ਵਿੱਚ ਰਸੇ ਹਨ, ਜਸ ਗਾਵਤ ਹੈ ਕਿ ਦਿਨ ਰਾਤ ਤੁਹਾਡੇ ਅਕਥ ਅਗੋਚਰ ਸਰੂਪ ਦੀ ਸਿਫਤ ਦਾ ਜਸ ਉਚਾਰਨ ਕਰਦੇ ਹਨ। ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ, ਲਿਵ ਧਾਰ ਨਾ ਧਾਵਤ ਹੈ। ਤਾਂ ਆਖਦੇ ਹਨ ਧਰਮ ਪੰਥ ਧਰਿਓ, ਕਿ ਆਪ ਜੀ ਦੇ ਆਵਣ ਦਾ ਪ੍ਰਯੋਜਨ ਕੋਈ ਹੋਰ ਤਰ੍ਹਾਂ ਦਾ ਵਿਥਾਰ ਕਰਨਾ ਨਹੀਂ, ਧਰਮ ਦੇ ਐਸੇ ਸਦ ਮਾਰਗ ਦੀ ਉਸਾਰੀ ਕਰਨੀ ਸੀ, ਐਸੇ ਸਦ ਮਾਰਗ ਦੀ ਸਥਾਪਨਾ ਕਰਨੀ ਸੀ ਕਿ ਜਿਹਦੇ ਵਿੱਚ ਜਿਹੜਾ ਬਿਲਕੁਲ ਖੁਆਰ ਹੋ ਚੁੱਕਿਆ ਜੀਵ ਵੀ ਨਿਹਾਲ ਹੋ ਜਾਵੇ। ਹੁਣ ਜਿਵੇਂ ਸਰਲ ਅਨੁਭਵ ਕਹਾਂ ਕਿ ਧਰਮ ਦੇ ਵਿੱਚ ਸਿਮਰਨ ਦੀ ਇੱਕ ਸਾਧਨਾ ਹੈ। ਹੁਣ ਉਸ ਨੂੰ ਕੋਈ ਸਾਲਾਂ ਬੱਧੀ ਕਰੇਗਾ, ਫਿਰ ਜਾ ਕੇ ਉਹਨੂੰ ਨਾ ਕੋਈ ਅਨੁਭਵ ਪ੍ਰਾਪਤ ਹੁੰਦਾ ਕਿ ਸਿਮਰਨ ਦੇ ਨਾਲ ਹਿਰਦੇ ਵਿੱਚ ਅੰਮ੍ਰਿਤ ਰਸ ਕਿਵੇਂ ਬਣਦਾ ਹੈ, ਜੀਵਨ ਵਿੱਚ ਠਹਿਰਾਓ ਕਿਵੇਂ ਆਉਂਦਾ, ਕਈ ਸਾਲਾਂ ਬਾਅਦ ਜਾ ਕੇ ਇਹ ਅਨੁਭਵ ਬਣਦਾ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਧਰਮ ਪੰਥ ਧਰਿਓ, ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਧਰਮ ਦੇ ਮਾਰਗ ਦਾ ਐਸਾ ਸੁੰਦਰ ਪ੍ਰਕਾਸ਼ ਕੀਤਾ ਹੈ ਕਿ ਧਰਨੀ ਧਰ ਆਪ, ਕਿ ਆਪ ਇਸ ਜਗਤ ਦੇ ਵਿੱਚ ਧਰਨੀ ਦਾ ਭਾਵ ਧਰਤੀ ਉਹਦੇ ਰਚਨ ਵਾਲੇ ਮਾਲਕ ਹੋ ਕੇ ਆਪ ਪ੍ਰਗਟੇ ਹੋ। ਐਸਾ ਧਰਮ ਦੇ ਸਦ ਮਾਰਗ ਦਾ ਪ੍ਰਕਾਸ਼ ਕੀਤਾ ਹੈ ਕਿ ਕੋਈ ਕੁਝ ਪਲਾਂ ਦੇ ਨਾਲ ਵੀ, ਭਾਵ ਕਿ ਜੋ ਹਰਿਮੰਦਰ ਸਾਹਿਬ ਦੇ ਅੰਦਰੋਂ ਕੀਰਤਨ ਦਾ ਅੰਮ੍ਰਿਤ ਪ੍ਰਵਾਹ ਚੱਲਦਾ ਹੈ, ਕਹਿੰਦੇ ਇਹ ਧਰਮ ਦਾ ਐਸਾ ਸਦ ਮਾਰਗ ਹੈ ਕਿ ਕੋਈ ਕੁਝ ਪਲਾਂ ਵੀ ਇਸ ਮਾਰਗ ਦੇ ਉੱਪਰ ਆਪਣੇ ਕਦਮ ਧਰ ਲਵੇ, ਲਿਵ ਧਾਰ ਨਾ ਧਾਵਤ ਹੈ। ਉਹਨੂੰ ਐਸਾ ਅਕਹਿ ਅਥਾਹ ਰਸ ਆਉਂਦਾ ਹੈ ਕਿ ਫਿਰ ਉਹਦੀ ਸੁਰਤ ਜਿਹੜੀ ਹੈ ਸੰਸਾਰ ਦੀ ਤਰਫੋਂ ਹਟ ਕੇ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਭਾਵ ਕਿ ਆਪ ਜੀ ਕੀਰਤਨ ਦੁਆਰਾ ਐਸਾ ਸੰਸਾਰ ਨੂੰ ਅਨੁਭਵ ਕਰਾਉਂਦੇ ਹੋ ਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਧਰਮ ਦੇ ਮਾਰਗ 'ਤੇ ਚੱਲਿਆਂ ਹੀ ਬੰਦੇ ਨੂੰ ਪਰਮ ਸ਼ਾਂਤ ਸਹਿਜ ਅਵਸਥਾ ਦਾ ਅਨੁਭਵ ਹੋ ਸਕਦਾ। ਇਸ ਕਰਕੇ ਧਰਮ ਪੰਥ ਧਰਿਓ, ਕਿ ਜਿਹੜੇ ਆਨੰਦ ਦਾ ਸੋਮਾ ਪਹਿਲਾਂ ਇਕੱਲਾ ਸਿਮਰਨ ਦੇ ਵਿੱਚ ਸਮੋਇਆ ਹੋਇਆ ਲੱਗਦਾ ਸੀ ਜਗਤ ਨੂੰ, ਆਪ ਜੀ ਨੇ ਉਸੇ ਹੀ ਅੰਮ੍ਰਿਤ ਰਸ ਦਾ ਪ੍ਰਵਾਹ ਕੀਰਤਨ ਦੇ ਵਿੱਚ ਕਰ ਦਿੱਤਾ ਹੈ, ਅਤੇ ਕੀਰਤਨ ਦੇ ਵਿੱਚ ਕਰਕੇ ਉਹਨੂੰ ਸਦ ਮਾਰਗ ਵਜੋਂ ਧਾਰਨ ਕਰ ਦਿੱਤਾ ਹੈ। ਸਦ ਮਾਰਗ ਦਾ ਭਾਵ ਕਿ ਕੀਰਤਨ ਦੀ ਧਵਨੀ ਸਦਾ ਅਟਲ ਰਹੇਗੀ, ਲਿਵ ਧਾਰ ਨਾ ਧਾਵਤ ਹੈ। ਅਤੇ ਜਿਹੜੇ ਕੀਰਤਨ ਦੇ ਵਿੱਚ ਜੁੜ ਕੇ ਆਪ ਜੀ ਦੇ ਧਰਮ ਮਾਰਗ ਨੂੰ ਗ੍ਰਹਿਣ ਕਰਦੇ ਹਨ, ਫਿਰ ਉਹਨਾਂ ਦੀ ਜਿਹੜੀ ਸੁਰਤ ਹੈ, ਉਹਨਾਂ ਦੀ ਲਿਵ ਹੈ, ਸੰਸਾਰ ਦੀ ਤਰਫ ਨਹੀਂ ਭੱਜਦੀ ਹੈ। ਮਥੁਰਾ ਪਨ ਭਾਗ ਭਲੇ ਉਨਕੇ, ਮਨ ਇੱਛਤ ਹੀ ਫਲ ਪਾਵਤ ਹੈ। ਤਾਂ ਜ਼ਿਕਰ ਕਰਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਮਿਹਰ ਦਾ ਦਾਇਰਾ ਸਤਸੰਗਤ ਬਣਾਇਆ ਹੈ, ਅਤੇ ਉਹਦੇ ਵਿੱਚ ਧਰਮ ਦਾ ਮਾਰਗ ਦ੍ਰਿੜ ਕਰਾਉਣ ਦਾ ਢੰਗ ਕੀਰਤਨ ਦੱਸਿਆ ਹੈ। ਜਿਹੜੇ ਇਹਨਾਂ ਦੋਵਾਂ ਪ੍ਰਮੁੱਖ ਸਾਧਨਾਵਾਂ ਨਾਲ ਜੁੜ ਜਾਂਦੇ ਹਨ, ਭੱਟ ਮਥੁਰਾ ਜੀ ਉਚਾਰਦੇ ਹਨ ਕਿ ਮੈਂ ਸਤ ਔਰ ਪੂਰੇ ਅਨੁਭਵ ਦੇ ਨਾਲ ਗੁਰੂ ਕਿਰਪਾ ਦੇ ਸਹਿਤ ਇਹ ਵਾਕ ਆਖਦਾ ਹਾਂ, ਉਚਾਰਨ ਕਰਦਾ ਹਾਂ, ਮਥੁਰਾ ਪਨ ਭਾਗ ਭਲੇ ਉਨਕੇ। ਉਹਨਾਂ ਦੇ ਜੀਵਨ ਦੇ ਬੜੇ ਚੰਗੇ ਭਾਗ ਹਨ, ਉਹਨਾਂ ਦੀ ਕਿਸਮਤ ਬੜੀ ਸ਼ੁਭ ਹੈ, ਉਹਨਾਂ ਦੇ ਜੀਵਨ ਦਾ ਸੁਭਾਗ ਦਾ ਸਾਰਾ ਸਿਲਸਿਲਾ ਬੜਾ ਉੱਤਮ ਹੈ। ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਇਸ ਢੰਗ ਦੇ ਨਾਲ ਜੁੜਦੇ ਹਨ ਅਤੇ ਮਨ ਇੱਛੇ ਹੀ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦੇ ਹਨ। ਹੁਣ ਇੱਥੇ ਜ਼ਿਕਰ ਆਇਆ ਮਨ ਇੱਛਤ ਹੀ, ਇਹਦਾ ਭਾਵ ਇਹ ਹੈ ਕਿ ਜਦੋਂ ਪਹਿਲਾਂ ਜ਼ਿਕਰ ਆਇਆ ਕਿ ਸੁਰੰਗ ਰਤੇ ਜਸ ਗਾਵਤ ਹੈ, ਜਦੋਂ ਨਿਰੋਲ ਗੁਰੂ ਚਰਨਾਂ ਦੇ ਨਾਲ ਪ੍ਰੀਤ ਜੁੜ ਜਾਂਦੀ ਹੈ ਤਾਂ ਫਿਰ ਦੁਨਿਆਵੀ ਕਿਸਮ ਦੀਆਂ ਵਾਸਨਾਵਾਂ ਜਾਂ ਕਾਮਨਾਵਾਂ ਜਾਂ ਲਾਲਸਾਵਾਂ ਮਨ ਦੇ ਅੰਦਰ ਰਹਿੰਦੀਆਂ ਹੀ ਨਹੀਂ।
ਅੱਠੇ ਪੈਰ ਸਿਮਰਨ ਦਾ ਆਧਾਰ ਮਿਲਿਆ ਰਹੇ, ਐਸੀ ਗੁਰਸਿੱਖ ਦੀ ਅਰਦਾਸ ਬਣ ਜਾਂਦੀ ਹੈ। ਫਿਰ ਜਦੋਂ ਲਿਵ ਇਕਾਗਰ ਹੋ ਜਾਂਦੀ, ਜਦੋਂ ਲਿਵ ਹੀ ਇਕਾਗਰ ਹੋ ਗਈ, ਲਿਵ ਇਕਾਗਰ ਦੇ ਵਿੱਚ ਤੇ ਸੰਸਾਰ ਦਾ ਬੋਧ ਨਹੀਂ ਰਹਿੰਦਾ, ਫਿਰ ਸੰਸਾਰ ਦੀ ਮੰਗ ਕੀ ਰਹੇਗੀ। ਫਿਰ ਕਹਿੰਦੇ ਮਨ ਇੱਛਤ ਹੀ ਫਲ ਪਾਵਤ ਹੈ। ਫਿਰ ਉਹਨਾਂ ਦਾ ਸੁੱਧ ਹੋਇਆ ਮਨ ਜਿਹੜਾ ਹਰ ਵੇਲੇ ਕੀਰਤਨ ਦੇ ਆਧਾਰ ਦੀ, ਸਿਮਰਨ ਦੇ ਆਧਾਰ ਦੀ ਮੰਗ ਕਰਦਾ ਹੈ, ਫਲ ਪਾਵਤ ਹੈ। ਐਸਾ ਉਹਨਾਂ ਨੂੰ ਉੱਤਮ ਫਲ ਆਪ ਦੀ ਬਖਸ਼ਿਸ਼ ਕਰਦੇ ਹੋ। ਰਵ ਕੇ ਸੁਤ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਤਾਂ ਭੱਟ ਮਥੁਰਾ ਦੀ ਬਖਸ਼ਿਸ਼ ਕਰਦੇ ਨੇ ਰਵ ਕੇ ਸੁਤ ਕੋ। ਜਿਵੇਂ ਜਮ ਨੂੰ ਸੂਰਜ ਦਾ ਪੁੱਤਰ ਕਿਹਾ ਜਾਂਦਾ, ਤੇ ਕਹਿੰਦੇ ਜਮ ਭਾਵ ਸਗਲੇ ਦੁੱਖ, ਸਗਲੀਆਂ ਚਿੰਤਾਵਾਂ, ਸਗਲ ਕਿਸਮ ਦੇ ਜਿਹੜੇ ਤੌਖਲੇ ਹਨ, ਮੌਤ ਦਾ ਭੈ ਹੈ, ਵਿਕਾਰਾਂ ਦੇ ਜਿਤਨੇ ਸਾਰੇ ਹੱਲੇ ਹਨ, ਕਹਿੰਦੇ ਜਮ ਰੂਪ ਦੇ ਵਿੱਚ ਉਹਨਾਂ ਨੂੰ ਕੀ ਡਰਾ ਸਕਦੇ ਹਨ। ਜਿਹੜਾ ਜਿਸ ਨੇ ਆਪ ਜੀ ਦੇ ਜੋ ਚਰਨ ਗੁਰੂ, ਕਿ ਜਿਨ੍ਹਾਂ ਨੇ ਆਪ ਜੀ ਦੇ ਚਰਨਾਂ ਦੇ ਨਾਲ ਆਪਣਾ ਸਦੀਵ ਕਰਕੇ ਚਿੱਤ ਜੋੜਿਆ ਹੋਇਆ ਹੈ। ਨਿਰਮਲ ਨਾਮ ਸੁਦਾ ਭਰਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਭਾਈ ਵੀਰ ਸਿੰਘ ਜੀ ਸਾਡੇ ਸਿੱਖ ਪੰਥ ਦੇ ਬੜੇ ਸ਼੍ਰੋਮਣੀ ਅਨੁਭਵੀ ਵਿਦਵਾਨ ਹੋਏ ਹਨ। ਉਹਨਾਂ ਨੂੰ ਕਿਸੇ ਨੇ ਇੱਕ ਦਫਾ ਪੁੱਛਿਆ ਕਿ ਹਰਿਮੰਦਰ ਸਾਹਿਬ ਦਾ ਅਧਿਆਤਮਿਕ ਅਨੁਭਵ ਗੁਰਬਾਣੀ ਵਿੱਚੋਂ ਜਿਹੜਾ ਸਪਸ਼ਟ ਢੰਗ ਦੇ ਨਾਲ ਲੱਭ ਕੇ ਦਿਖਲਾਓ, ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਇਤਨਾ ਪਵਿੱਤਰ ਤੀਰਥ ਰਚਿਆ ਹੈ ਤੇ ਇਹਦੀ ਮਹਿਮਾ ਵੀ ਬਿਲਕੁਲ ਇੰਨ ਬਿਨ ਗੁਰਬਾਣੀ ਵਿੱਚ ਸਮੋਈ ਹੋਵੇਗੀ, ਤਾਂ ਕਿ ਉਹਨੂੰ ਪੜ੍ਹ ਸੁਣ ਕੇ ਸਾਨੂੰ ਹਰਿਮੰਦਰ ਦਾ ਆਦਰਸ਼ ਪਤਾ ਲੱਗ ਜਾਏ। ਤੇ ਫਿਰ ਭਾਈ ਵੀਰ ਸਿੰਘ ਜੀ ਨੇ ਇਸ ਸਵਈਏ ਵੱਲ ਸੰਕੇਤ ਕੀਤਾ ਸੀ, ਨਿਰਮਲ ਨਾਮ ਸੁਦਾ ਭਰਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਨਿਰਮਲ ਨਾਮ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਭਗਤੀ ਦਾ ਰਚਿਆ ਹੋਇਆ ਉਹ ਮੁਕਾਮ, ਜਿੱਥੇ ਭਗਤੀ, ਗਿਆਨ, ਪਰਮੇਸ਼ਰ ਦੀ ਸਿਫਤ ਤੇ ਧਰਮ ਦੇ ਸ਼ੁਭ ਗੁਣਾਂ ਦਾ ਅਥਾਹ ਪ੍ਰਕਾਸ਼ ਹੈ। ਕਹਿੰਦੇ ਨਿਰਮਲ ਨਾਮ, ਭਾਵ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਉੱਥੇ ਜਿੰਨੇ ਵੀ ਪ੍ਰਵਾਹ ਚਲਾਏ ਹਨ, ਉਹ ਸਾਰੇ ਮਨੁੱਖ ਨੂੰ ਨਿਰਮਲ ਕਰਨ ਵਾਲੇ ਹਨ। ਜਿਵੇਂ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਰਤਨ ਦਾ ਪ੍ਰਵਾਹ ਚਲਾਇਆ ਹੈ, ਉਹ ਸ਼ਬਦ ਦੁਆਰਾ ਸੁਰਤ ਨੂੰ ਨਿਰਮਲ ਕਰਦਾ ਹੈ। ਅੰਦਰ ਸ਼ੁਭ ਗਿਆਨ ਪ੍ਰਵੇਸ਼ ਹੋ ਕੇ ਮਨੁੱਖ ਆਪਣੇ ਆਪ ਨੂੰ ਸ਼ਵੱਛ ਅਨੁਭਵ ਕਰਦਾ ਹੈ। ਅੰਮ੍ਰਿਤ ਸਰੋਵਰ ਬਣਾਇਆ ਹੈ, ਤਨ ਦੀ ਮੈਲ ਉਤਰ ਜਾਂਦੀ ਹੈ। ਪੰਗਤ ਦਾ ਮੁਕਾਮ ਬਣਾਇਆ ਹੈ, ਅੰਦਰ ਦੀ ਸਾਰੀ ਘ੍ਰਿਣਤਾ, ਅਹੰਕਾਰਤਾ ਚਲੀ ਜਾਂਦੀ ਹੈ। ਇਸ ਕਰਕੇ ਆਖਦੇ ਹਨ ਨਿਰਮਲ ਨਾਮ, ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਨਿਰਮਲ ਨਾਮ ਦੇ ਸਾਰੇ ਪੱਧਰ ਬਣਾਏ ਹਨ। ਸੁਦਾ ਭਰਪੂਰਨ, ਤੇ ਕਹਿੰਦੇ ਜਿਹੜਾ ਅੰਮ੍ਰਿਤ ਸਰੋਵਰ ਹੈ ਇਹ ਅੰਮ੍ਰਿਤ ਦੇ ਨਾਲ ਭਰਪੂਰ ਹੈ, ਕੇਵਲ ਜਲ ਮਾਤਰ ਨਹੀਂ ਹੈ। ਹੁਣ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਕੁਝ ਸੀਮਤ ਬੁੱਧੀ ਵਾਲੇ, ਖਿਆਲਾਤ ਵਾਲੇ ਸ਼ਖਸ ਪੰਥ ਅੰਦਰ ਪੈਦਾ ਹੋ ਗਏ ਹਨ। ਉਹਨਾਂ ਨੇ ਕੇਵਲ ਗਿਆਨ ਦ੍ਰਿਸ਼ਟੀ ਨੂੰ ਪ੍ਰਮੁੱਖ ਜਾਣ ਲਿਆ ਹੈ, ਪਰ ਧਰਮ ਦੇ ਸਗਲੇ ਅਨੁਭਵ ਨੂੰ ਇਕੱਠਾ ਨਹੀਂ ਜਾਣਿਆ। ਕਿ ਜਿਹੜਾ ਬਾਣੀ ਦਾ ਪ੍ਰਤਾਪ ਹੈ, ਜੇ ਉਹ ਮਨੁੱਖ ਦੇ ਸੂਖਮ ਮਨ ਨੂੰ ਨਿਰਮਲ ਕਰ ਸਕਦਾ ਹੈ, ਤਾਂ ਮਨੁੱਖ ਦੇ ਪ੍ਰਤੱਖ ਜਾਂ ਸਤੂਲ ਸਰੂਪ ਨੂੰ ਕਿਉਂ ਨਹੀਂ ਨਿਰਮਲ ਕਰੇਗਾ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਨੇ ਸੁਦਾ ਭਰਪੂਰਨ, ਕਿ ਇਹਦੇ ਵਿੱਚ ਅੰਮ੍ਰਿਤ ਭਰਪੂਰ ਹੈ। ਹੁਣ ਦੋ ਨੁਕਤੇ ਹਨ, ਇਹਦੇ ਵਿਚਲੇ ਦੋ ਨੁਕਤੇ ਅਰਜ਼ ਕਰਦੇ ਹਾਂ। ਸੁਦਾ ਭਰਪੂਰਨ ਕਿਵੇਂ ਹੈ? ਹੁਣ ਜਿਹੜਾ ਬੰਦਾ ਕੀਰਤਨ ਦਾ ਗਹਿਰਾ ਸੁਣਨ ਵਾਲਾ ਨਹੀਂ ਹੈ, ਤੇ ਉਹਦੀ ਸੁਰਤ ਦਾ ਕੋਈ ਪ੍ਰਕਾਸ਼ ਅਜੇ ਤੱਕ ਨਹੀਂ ਹੋਇਆ, ਪਰ ਉਹਦੇ ਅੰਦਰ ਪ੍ਰੀਤ ਬੜੀ ਹੈ ਗੁਰੂ ਚਰਨਾਂ ਦੇ ਨਾਲ ਅਭੇਦ ਹੋਣ ਦੀ। ਪਰ ਦੂਜੀ ਤਰਫ ਇੱਕ ਐਸਾ ਹੈ ਜਿਹੜਾ ਬਿਲਕੁਲ ਕੀਰਤਨ ਦੇ ਨਾਲ ਹੀ ਜੁੜਿਆ ਹੈ। ਹੁਣ ਇਹੋ ਜਿਹੇ ਦੋਵੇਂ ਤਰ੍ਹਾਂ ਦੇ ਸ਼ਖਸ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰ 'ਤੇ ਆਉਣੇ ਹਨ। ਇੱਕ ਨੇ ਕੀਰਤਨ ਦੀ ਗਹਿਰਾਈ ਦੇ ਵਿੱਚੋਂ ਗੁਰੂ ਦੇ ਪਰਮ ਭੇਦ ਨੂੰ ਬੁੱਝ ਕੇ ਤੇ ਅੰਮ੍ਰਿਤਮਈ ਜੀਵਨ ਮੰਨਣਾ ਹੈ। ਇੱਕ ਦੇ ਕੋਲੋਂ ਕੀਰਤਨ ਦੀ ਗਹਿਰਾਈ ਦਾ ਭੇਦ ਨਹੀਂ ਹੈ, ਪਰ ਉਹਦੇ ਅੰਦਰ ਭਾਵਨਾ ਤੇ ਪ੍ਰੀਤ ਤੇ ਸਮਰਪਣ ਪੂਰਾ ਹੈ। ਕੀ ਇਹਦਾ ਫਿਰ ਗੁਰੂ ਇੱਕ ਨੂੰ ਬਖਸ਼ਿਸ਼ ਕਰੇਗਾ ਕਿ ਨਹੀਂ? ਜਿਹੜਾ ਗਿਆਨ ਦੇ ਮਾਰਗ ਤੋਂ ਚੱਲਿਆ ਉਹਨੂੰ ਬਖਸ਼ਿਸ਼ ਕਰ ਦਿੰਦੇ ਹਾਂ, ਦੂਜੇ ਨੂੰ ਰਹਿਣ ਦਿੰਦੇ ਹਾਂ। ਫਿਰ ਇਹਦਾ ਭਾਵ ਹੈ ਕਿ ਜਿਨਨੇ ਸ਼ਬਦ ਦਾ ਆਧਾਰ, ਜਿਵੇਂ ਖੁਦ ਬੜਾ ਜਪ ਕੀਤਾ ਹੈ, ਜਦੋਂ ਫਿਰ ਗੁਰੂ ਦੀ ਕਿਰਪਾ ਹੈ, ਜਦੋਂ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦਾ ਹੈ, ਉਹਦੇ ਸਿਰ ਦੇ ਉੱਪਰੋਂ ਜਦੋਂ ਅੰਮ੍ਰਿਤ ਜਲ ਲੰਘਦਾ, ਉਹਦੀ ਸੁਰਤ ਦੇ ਸਾਰੇ ਕਪਾਟ ਖੁੱਲ੍ਹ ਜਾਂਦੇ ਹਨ। ਦਵੈਸ਼, ਦਵੈਤ, ਵਾਸਨਾਵਾਂ ਦੀ ਸਗਲੀ ਮੈਲ ਧੁੱਪ ਜਾਂਦੀ ਹੈ।
ਤੇ ਉਹ ਗੁਰਮੁਖ ਹੋ ਕੇ ਉਸ ਸਰੋਵਰ ਦੇ ਵਿੱਚੋਂ ਬਾਹਰ ਆਉਂਦਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਸੁਧਾ ਭਰਪੂਰਨ। ਜਿਹਦੀ ਇਸ ਤਰ੍ਹਾਂ ਨਹੀਂ ਕਲਿਆਣ ਹੋ ਸਕੀ, ਜਿਹੜਾ ਕੀਰਤਨ ਦੇ ਦੁਆਰਾ ਗੁਰੂ ਮਰਮ ਨੂੰ ਪਾਉਣਾ ਚਾਹੁੰਦਾ ਸੀ, ਫਿਰ ਉਹਦੀ ਸੁਰਤ ਦੇ ਵਿੱਚ ਇੰਨਾ ਸਿਖਰਲਾ ਅਨੁਭਵ ਵਾਪਰਦਾ ਹੈ ਕਿ ਉਹਨੂੰ ਕਾਂਬੇ ਛਿੜਦੇ ਹਨ। ਕਾਂਬੇ ਛਿੜਨ ਦੇ ਨਾਲ ਉਹਦੀ ਸਾਰੀ ਦੇਹ ਪਵਿੱਤਰ ਹੋ ਜਾਂਦੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਸੁਧਾ ਭਰਪੂਰਨ ਕਿ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਅੰਮ੍ਰਿਤ ਸਰੋਵਰ ਦੇ ਦੋਵੇਂ ਪੱਖ ਸੰਪੂਰਨ ਹਨ ਕਿ ਜੇ ਕੋਈ ਪਵਿੱਤਰ ਇਸ਼ਨਾਨ ਵੀ ਕਰ ਲਵੇ ਅਤੇ ਪਵਿੱਤਰ ਇਸ਼ਨਾਨ ਤੋਂ ਬਾਅਦ ਕੀਰਤਨ ਦੇ ਇਸ ਨਾਲ ਜੁੜ ਕੇ ਆਪਣੀ ਸੁਰਤ ਦਾ ਵੀ ਇਸ਼ਨਾਨ ਕਰ ਲਵੇ। ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਅਤੇ ਅੱਗੇ ਜ਼ਿਕਰ ਕਰਦੇ ਹਨ ਸ਼ਬਦ ਤਰੰਗ, ਜਿਵੇਂ ਪਵਿੱਤਰ ਕਿਸੇ ਨਦੀ ਨੂੰ, ਕਿਸੇ ਮਹਾਸਾਗਰ ਨੂੰ, ਕਿਸੇ ਸਰੋਵਰ ਨੂੰ ਦੇਖੋ ਤਾਂ ਉਹਦੇ ਵਿੱਚ ਹਰ ਵੇਲੇ ਜਲ ਦੀਆਂ ਤਰੰਗਾਂ ਬਣਦੀਆਂ ਰਹਿੰਦੀਆਂ ਹਨ। ਤਾਂ ਭੱਟ ਸਾਹਿਬਾਨ ਆਖਦੇ ਹਨ ਸ਼ਬਦ ਤਰੰਗ, ਭਾਵ ਕਿ ਸ਼ਬਦ ਦੇ ਅੰਦਰ ਜੋ ਗਿਆਨ ਦਾ ਅਥਾਹ ਪ੍ਰਕਾਸ਼ ਸਮਾਇਆ ਹੋਇਆ ਹੈ, ਗੁਰੂ ਸਾਹਿਬ ਜੀ ਉਹ ਕੀਰਤਨ ਦੀਆਂ ਤਰੰਗਾਂ ਦੇ ਦੁਆਰਾ ਹਰ ਵੇਲੇ ਪ੍ਰਗਟਿਤ ਔਰ ਵਹਿੰਦਾ ਰਹਿੰਦਾ ਹੈ। ਦਿਨ ਆਗਰ ਜ਼ਿਕਰ ਕੀਤਾ। ਦਿਨ ਆਗਰ ਦਾ ਅਰਥ ਹੁੰਦਾ ਜਦੋਂ ਦਿਨ ਆਰੰਭ ਹੋਵੇ, ਅਤੇ ਦਿਨ ਆਰੰਭ ਦਾ ਭਾਵ ਕਿ ਅੰਮ੍ਰਿਤ ਵੇਲਾ। ਕਹਿੰਦੇ ਅੰਮ੍ਰਿਤ ਵੇਲੇ ਤੋਂ ਹੀ ਸ਼ਬਦ ਦੀਆਂ ਤਰੰਗਾਂ ਦਾ ਪ੍ਰਵਾਹ ਚੱਲਣਾ ਸ਼ੁਰੂ ਹੋ ਜਾਂਦਾ। ਜਿਹਨੂੰ ਕੋਈ ਗਿਆਨ ਕਰਕੇ ਮਾਣਦਾ ਹੈ, ਕੋਈ ਮਨ ਦੇ ਸਕੂਨ ਕਰਕੇ ਮਾਣਦਾ ਹੈ, ਕੋਈ ਆਪਣੀ ਪ੍ਰੀਤ ਗੂੜੀ ਕਰਨ ਦੇ ਲਈ ਮਾਣਦਾ ਹੈ, ਕੋਈ ਜੀਵਨ ਮੁਕਤੀ ਦੇ ਲਈ ਮਾਣਦਾ ਹੈ। ਗਹਿਰ ਗੰਭੀਰ ਅਥਾਹ ਅਤ ਬੜ ਸੋ ਭਰ ਸਦਾ ਸਭ ਬਿਦ ਰਤਨਾਗਰ। ਤਾਂ ਕਹਿੰਦੇ ਇਤਨਾ ਗਹਿਰਾ ਹੈ, ਇਤਨਾ ਜ਼ਿਆਦਾ ਗਹਿਰਾ ਹੈ ਕਿ ਇਹਦਾ ਕਿਸੇ ਤਰੀਕੇ ਨਾਲ ਮਰਮ ਨਹੀਂ ਪਾਇਆ ਜਾ ਸਕਦਾ। ਕਹਿੰਦੇ ਗੰਭੀਰ, ਇੰਨਾ ਜ਼ਿਆਦਾ ਗੰਭੀਰ ਹੈ ਕਿ ਸੁਰਤ ਵੀ ਹੈਰਾਨ ਰਹਿ ਜਾਂਦੀ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ, ਕਿਉਂਕਿ ਅਸੀਂ ਕਦੇ ਸ਼੍ਰੇਸ਼ਠ ਪੁਰਖਾਂ ਕੋਲੋਂ ਸੁਣਿਆ ਨਹੀਂ ਕਿ ਹਰਿਮੰਦਰ ਸਾਹਿਬ ਕਿਵੇਂ ਜਾਣਾ ਚਾਹੀਦਾ। ਕਦੇ ਜੀਵਨ ਦੇ ਵਿੱਚ ਜਿੰਨੇ ਵੀ ਅਸੀਂ ਧਰਮ ਦੇ ਕੰਮ ਕਰਦੇ ਹਾਂ, ਕਦੇ ਸ਼੍ਰੇਸ਼ਠ ਪੁਰਖ ਕੋਲੋਂ ਸੋਝੀ ਲਈ ਨਹੀਂ ਕਦੇ। ਜੇ ਸ਼੍ਰੇਸ਼ਠ ਪੁਰਖ ਨਹੀਂ ਮਿਲਿਆ, ਘੱਟੋ ਘੱਟ ਗੁਰਬਾਣੀ 'ਚ ਗੂੜ ਤਰੀਕੇ ਨਾਲ ਇਹ ਅਨੁਭਵ ਲੈ ਲੈਣੇ ਚਾਹੀਦੇ ਹਨ। ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਗੰਭੀਰ। ਹੁਣ ਕੁਦਰਤੀ ਅਸੀਂ ਕਈ ਦਫਾ ਜਦ ਜੀਵਨ ਦੇ ਵਿੱਚ, ਹੁਣ ਜਦ ਗੁਰਬਾਣੀ ਵਿਆਖਿਆ ਦੇ ਸੰਬੰਧ ਨਾਲ ਜੁੜੇ ਹੋਏ ਹਾਂ, ਤਾਂ ਦੇਖੀ ਦਾ ਟੀਕਾ ਨਹੀਂ ਮਦਦ ਕਰਦਾ। ਜਿਸ ਵਿਸ਼ੇ ਦੀ ਪੜ੍ਹਾਈ ਬੜੇ ਗੁਹਜ ਢੰਗ ਦੇ ਨਾਲ ਕੀਤੀ, ਉਹ ਵਿਸ਼ਾ ਵੀ ਨਹੀਂ ਮਦਦ ਕਰ ਰਿਹਾ ਸ਼ਬਦ ਦੇ ਰਹੱਸ ਨੂੰ ਬੁੱਝਣ ਦੇ ਵਿੱਚ। ਆਪਣੀ ਅਕਲ ਦੀ ਬਾਰੀਕੀ ਵੀ ਉਸ ਸ਼ਬਦ ਦੇ ਨੇੜੇ ਤੇੜੇ ਨਹੀਂ ਫੜਕ ਰਹੀ। ਪਹਿਲੇ ਪੁਰਖਾਂ ਦੇ ਦੱਸੇ ਹੋਏ ਅਨੁਭਵ ਵੀ ਗੁਰੂ ਸ਼ਬਦ ਦੇ ਪ੍ਰਕਾਸ਼ ਨੂੰ ਰਿਵੀਲ ਕਰਨ ਦੇ ਵਿੱਚ ਸਮਰੱਥ ਨਹੀਂ ਹਨ। ਤਾਂ ਫਿਰ ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਗਹਿਰ ਗੰਭੀਰ, ਕਿ ਜਿਹੜਾ ਸ਼ਬਦ ਦਾ ਵਿਸ਼ਾ ਬੜਾ ਗਹਿਰ ਗੰਭੀਰ ਹੈ। ਉਹਨਾਂ ਪਹਿਲਾਂ ਜ਼ਿਕਰ ਕੀਤਾ ਸ਼ਬਦ ਤਰੰਗ, ਕਿ ਜਿਸ ਸ਼ਬਦ ਦਾ ਵਿਸ਼ਾ ਬੜਾ ਗਹਿਰ ਗੰਭੀਰ ਹੈ ਔਰ ਬੜਾ ਵਿਸ਼ਾਲ ਹੈ। ਕਹਿੰਦੇ ਅਤ ਵਾਡਾ ਅਤ ਵੱਡ ਸੋ ਪਰ, ਕਹਿੰਦੇ ਉਸ ਸ਼ਬਦ ਦਾ ਭੇਦ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਕੀਰਤਨ ਅੰਦਰ ਸਮੋਇਆ। ਅਤੇ ਜਿੰਨਾ ਜ਼ਿਆਦਾ ਕੋਈ ਗਹਿਰਾਈ ਦੇ ਨਾਲ ਸੁਣਦਾ ਹੈ, ਓਨਾ ਜ਼ਿਆਦਾ ਸ਼ਬਦ ਦਾ ਗੰਭੀਰ ਅਤੇ ਅਥਾਹ ਪ੍ਰਕਾਸ਼ ਉਹਦੇ ਮਨ ਮਸਤਕ ਦੇ ਅੰਦਰ ਹੁੰਦਾ ਹੈ। ਅਤੇ ਸਦਾ ਸਭ ਬਿਦ ਰਤਨਾਗਰ, ਅਤੇ ਉਹਦਾ ਸਾਰਾ ਜੀਵਨ ਰਤਨਾਗਰ ਭਾਵ ਜਿਵੇਂ ਰਤਨਾਂ ਦੇ ਸਹਿਤ ਭਰਪੂਰ ਹੋ ਜਾਂਦਾ ਹੈ। ਸੰਤ ਮਰਾਲ ਕਰਹਿ ਕੰਤੂਹਲ, ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਸੰਤ ਮਰਾਲ, ਕਿ ਜਿਹੜੇ ਸੰਤ ਪੁਰਖ ਹਨ, ਭਾਵ ਕਿ ਕਹਿੰਦੇ ਉਹ ਅੰਮ੍ਰਿਤ ਸਰੋਵਰ ਦੇ ਵਿੱਚ ਕਲੋਲਾ ਕਰਦੇ ਹਨ। ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ, ਕਿ ਜਿਨ੍ਹਾਂ ਦੇ ਸਗਲੇ ਦੁੱਖਾਂ ਦੇ ਜੀਵਨ ਸਿਲਸਿਲਿਆਂ ਦਾ ਨਾਸ਼ ਹੋ ਗਿਆ ਹੈ। ਸੰਤ ਮਰਾਲ ਕਰਹਿ ਕੰਤੂਹਲ ਦਾ ਭਾਵ ਇਹ ਹੈ, ਕਦੇ ਪੰਛੀ ਨੂੰ ਪਾਣੀ ਵਿੱਚ ਕਲੋਲਾਂ ਕਰਦਿਆਂ ਦੇਖਿਆ ਹੋਵੇ ਤਾਂ ਉਹ ਕੀ ਕਰਦਾ, ਕਈ ਵਾਰੀ ਆਪਣਾ ਇਕੱਲਾ ਸਿਰ ਭਿਉਂਦਾ ਹੈ, ਕਈ ਬਹੁਤ ਵਾਰੀ ਬਹੁਤ ਤੇਜ਼ੀ ਦੇ ਨਾਲ ਪਾਣੀ ਦੇ ਵਿੱਚੋਂ ਲੰਘ ਕੇ ਅਤੇ ਆਪਣੇ ਆਪ ਨੂੰ ਧੋ ਲੈਂਦਾ। ਫਿਰ ਉੱਪਰ ਜਾ ਕੇ ਖੰਭ ਫੜ ਆਉਂਦਾ, ਪਾਣੀ ਦੇ ਛਿੱਟੇ ਡਿੱਗਦੇ ਹਨ ਅਤੇ ਉਹਨੂੰ ਆਪਣਾ ਆਨੰਦ ਜਿਹਾ ਆਉਂਦਾ। ਪਰ ਭੱਟ ਸਾਹਿਬਾਨ ਆਖਦੇ ਨਾ ਸੰਤ ਮਰਾਲ ਕਰਹਿ ਕੰਤੂਹਲ, ਕਿ ਆਪ ਜੀ ਦੇ ਪਵਿੱਤਰ ਅੰਮ੍ਰਿਤ ਸਰੋਵਰ ਦੇ ਕੰਢੇ 'ਤੇ ਬੈਠੇ ਹੋਏ ਸੰਤ ਪੁਰਖ, ਜਿਨ੍ਹਾਂ ਦੀ ਸੁਰਤ ਬਿਲਕੁਲ ਕੀਰਤਨ ਦੇ ਨਾਲ ਜੁੜੀ ਆ, ਉਹ ਇੱਕ ਦਿਨ ਦੇ ਵਿੱਚ ਹਜ਼ਾਰਾਂ ਕਲੋਲਾਂ ਕਰਦੇ ਹਨ। ਕਲੋਲਾਂ ਦਾ ਭਾਵ ਕਿ ਜਦੋਂ ਵੈਰਾਗਮਈ ਸ਼ਬਦ ਸੁਣਦੇ ਹਨ ਅਤੇ ਇੰਨੇ ਜ਼ਿਆਦਾ ਵੈਰਾਗ ਦੇ ਸਿਖਰ 'ਤੇ ਚਲੇ ਜਾਂਦੇ ਹਨ ਕਿ ਉਹਨਾਂ ਨੂੰ ਜੀਵਨ ਦੀ ਚਾਹਤ ਹੀ ਨਹੀਂ ਰਹਿੰਦੀ।
ਜਦੋਂ ਪ੍ਰੀਤ ਬਿਰਹੇ ਦਾ ਕੋਈ ਸ਼ਬਦ ਸੁਣਦੇ ਹਨ, ਇੰਨਾ ਸਿਖਰ 'ਤੇ ਚੱਲ ਜਾਂਦੇ ਹਨ ਕਿ ਜਾਰੋ ਜਾਰ ਨੀਰ ਦੇ ਨਾਲ ਆਪਣੇ ਬਸਤਰ ਸੇਜਲ ਕਰ ਲੈਂਦੇ ਹਨ। ਜਦੋਂ ਉਹਨਾਂ ਦੇ ਅੰਦਰ ਗਿਆਨ ਦਾ ਇੰਨਾ ਜ਼ਿਆਦਾ ਪ੍ਰਕਾਸ਼ ਕੀਰਤਨ ਦੁਆਰਾ ਖੁੱਲ੍ਹਦਾ ਹੈ ਤਾਂ ਫਿਰ ਉਹ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਫੁਰਨ ਵਿੱਚ ਨਿਹਾਰ ਲੈਂਦੇ ਹਨ। ਭਾਵ ਕਿ ਸੰਤਾਂ ਦੀ ਸੁਰਤ ਰੋਜ਼ਾਨਾ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਕਲੋਲਾਂ ਕਰਦੀ ਹੈ। ਭਾਵ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਸੁਰਤ ਕਰਕੇ, ਲਿਵ ਕਰਕੇ ਇਕਾਗਰ ਹੋਇਆ ਬੈਠਿਆ ਹੋਇਆ ਸੰਤ ਪੁਰਖ ਵੈਰਾਗ, ਪ੍ਰੀਤ, ਬਿਰਹਾ, ਵਿਸਮਾਦ, ਗਿਆਨ, ਸਮਰਪਣ, ਭਾਵਨਾ, ਸਭ ਤਰ੍ਹਾਂ ਦੇ ਜਿੰਨੇ ਅਨੁਭਵ ਹਨ ਧਰਮ ਦੇ ਪਵਿੱਤਰ ਅਨੁਭਵ, ਉਹ ਸਾਰੇ ਇੱਕੋ ਥਾਂ 'ਤੇ ਬੈਠ ਕੇ ਹੀ ਕਰ ਲੈਂਦਾ। ਇਸ ਕਰਕੇ ਕਹਿੰਦੇ ਉਹਨਾਂ ਦਾ ਸੰਤ ਮਲਾਲ ਕਰਹਿ ਕੰਤੂਹਲ, ਕਿ ਐਸਾ ਉੱਥੇ ਸੁਰਤ ਦੇ ਇੰਨੇ ਜ਼ਿਆਦਾ ਭੇਦ ਪ੍ਰਗਟ ਹੁੰਦੇ ਹਨ ਕਿ ਉਹ ਉਹਨਾਂ ਸੰਤਾਂ ਦੇ ਕਲੋਲਾ ਕਰਨ ਵਾਲੀ ਗੱਲ ਹੈ। ਭਾਵ ਕਿ ਸ਼ਬਦ ਦਾ ਪ੍ਰਵਾਹ ਤਾਂ ਹਰ ਵੇਲੇ ਚੱਲ ਰਿਹਾ ਹੈ। ਹੁਣ ਸ਼ਬਦ ਦਾ ਪ੍ਰਵਾਹ ਹਰ ਵਾਰੀ ਵੱਖੋ ਵੱਖ ਤਰ੍ਹਾਂ ਦਾ ਹੈ। ਕਦੇ ਉਸੇ ਵੈਰਾਗ ਦਾ ਗਾਇਨ ਹੈ, ਕਦੇ ਉੱਥੇ ਪ੍ਰੀਤ ਦਾ ਗਾਇਨ ਹੈ, ਕਿਤੇ ਬਿਰਹੇ ਦਾ ਗਾਇਨ ਹੈ, ਕਿਤੇ ਸਮਰਪਣ ਦਾ ਗਾਇਨ ਹੈ, ਕਿਤੇ ਜਗਿਆਸਾ ਦਾ ਗਾਇਨ ਹੈ। ਇਸ ਕਰਕੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਕਲ ਯੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਗਲ ਸੁਖ ਸਾਗਰ। ਇਸ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਲ ਯੁਗ ਦੁਰਤ, ਕਿ ਕਲ ਯੁਗ ਦੇ ਵਿੱਚ ਦੁਰਤ ਦਾ ਭਾਵ ਜਿੰਨਾ ਅਗਿਆਨ ਦੇ ਕਰਕੇ ਮਨੁੱਖਤਾ ਨੇ ਖੁਆਰ ਹੋਣਾ ਹੈ, ਜਿੰਨਾ ਮਾਇਆ ਦੇ ਅੰਧਕਾਰ ਕਰਕੇ ਮਨੁੱਖਾਂ ਦੇ ਜੀਵਨ ਦੀ ਰੌਂ ਨੇ ਸੜ ਸੁੱਕ ਜਾਣਾ ਹੈ। ਕਹਿੰਦੇ ਇਸ ਸਾਰੇ ਨੂੰ ਦੂਰ ਕਰਬੇ ਕਹੋ, ਇਸ ਸਾਰੇ ਨੂੰ ਦੂਰ ਕਰਨ ਦੇ ਲਈ ਦਰਸ਼ਨ ਗੁਰੂ, ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰਸ਼ਨ, ਸਗਲ ਸੁਖ ਸਾਗਰ, ਇਹੀ ਸਾਰੇ ਸੁੱਖਾਂ ਦੇ ਸਾਗਰ ਹਨ। ਜਾ ਕਉ ਮਨ ਧਿਆਨ ਧਰੈ, ਫਿਰਤ ਸਗਲ ਜੁਗ, ਕਬਹੁ ਕੋ ਪਾਵੈ, ਆਤਮ ਪ੍ਰਗਾਸ ਕੋ। ਤਾਂ ਭੱਟ ਸਾਹਿਬਾਨ ਜੀ ਅੱਗੇ ਜ਼ਿਕਰ ਕਰਦੇ ਹਨ ਕਿ ਜਿਸ ਅਕਾਲ ਪੁਰਖ ਪਰਮ ਸਿਰਜਣਹਾਰ ਦੇ ਪਰਮ ਸਰੂਪ ਦੇ ਦੀਦਾਰ ਦੀ ਪ੍ਰਾਪਤੀ ਦੇ ਲਈ ਜ਼ਿਕਰ ਕਰਦੇ ਹਨ ਮੁਨੀ ਜਨ, ਮੌਨ ਦੇ ਵਿੱਚ ਧਿਆਨ ਧਰ ਕੇ ਆਪਣੇ ਧਿਆਨ ਦੇ ਨਾਲ ਪਰਮੇਸ਼ਰ ਦੀ ਅਗੰਮਤਾ ਨੂੰ ਬੁੱਝਣ ਵਾਲੇ। ਕਹਿੰਦੇ ਜਿਹੜੇ ਬੜਾ ਲੰਮਾ ਸਮਾਂ ਹੋ ਗਿਆ, ਕਈ ਹਜ਼ਾਰਾਂ ਵਰ੍ਹੇ ਜਿਹੜੇ ਹਨ ਧਿਆਨ ਅਵਸਥਾ ਵਿੱਚ ਜੁੜੇ ਰਹਿੰਦੇ ਹਨ। ਫਿਰਤ ਸਗਲ ਯੁਗ, ਕਿ ਚੌਵੇਂ ਯੁੱਗਾਂ ਦੇ ਵਿੱਚ ਵੀ ਭਰਮਦੇ ਹਨ। ਗਹਿਨਾ ਤਜਾਤ ਕਬਿਲਾਸ, ਕਬਹੂ ਕੋ ਪਾਵੈ ਕੋ ਆਤਮ ਪ੍ਰਗਾਸ ਕੋ, ਕਿ ਧਿਆਨ ਧਰ ਕੇ ਵੀ ਪਰਮੇਸ਼ਰ ਦੇ ਸਰੂਪ ਨੂੰ ਜਿਹੜੇ ਨਹੀਂ ਬੁੱਝ ਸਕਦੇ, ਚਾਰੇ ਯੁੱਗਾਂ ਵਿੱਚ ਭਰਮਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ, ਆਤਮ ਪ੍ਰਕਾਸ਼ ਜਿਨ੍ਹਾਂ ਦੇ ਅੰਦਰ ਨਹੀਂ ਹੁੰਦਾ ਹੈ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ, ਜਾ ਕੋ ਸਿਵ ਮੁਨ ਗਹਿਨਾ ਤਜਾਤ ਕਬਿਲਾਸ ਕੋ। ਤੇ ਕਹਿੰਦੇ ਜਿਸ ਅਕਾਲ ਪੁਰਖ ਸਿਰਜਣਹਾਰ ਦੀ ਅਗੰਮ ਅਗੋਚਰ ਸਰੂਪ ਨੂੰ ਵੇਦ ਬਾਣੀ, ਬ੍ਰਹਮਾ ਸਹਿਤ ਆਦਿ ਰਿਸ਼ੀ ਵਰ ਵੀ ਗਾਉਂਦੇ ਹਨ, ਜਿਸ ਪਰਮੇਸ਼ਰ ਦੇ ਸਰੂਪ ਦਾ ਧਿਆਨ ਧਰਦਿਆਂ ਹੋਇਆਂ ਸ਼ਿਵ ਵਰਗੇ ਮਹਾ ਰਿਸ਼ੀ ਕੈਲਾਸ਼ ਪਰਬਤ ਨਹੀਂ ਛੱਡਦੇ ਹਨ। ਜਾ ਕਉ ਜੋਗੀ ਜਤੀ ਸਿੱਧ ਸਾਧਕ, ਅਨੇਕ ਤਪ ਜਟਾ ਜੂਟ ਭੇਖ ਕੀਏ, ਫਿਰਤ ਉਦਾਸ ਕੋ। ਤੇ ਕਹਿੰਦੇ ਜਿਸ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਜੋਗੀ ਲੋਕ ਘਰ ਦਾ ਤਿਆਗ ਕਰ ਦਿੰਦੇ ਹਨ, ਜਤੀ ਲੋਕ ਜਿਹੜੇ ਆਪਣੇ ਮਨ ਇੰਦਰੀਆਂ ਦਾ ਸੰਜਮ ਬਣਾ ਕੇ ਨਾਂਹ ਗ੍ਰਸਤ ਧਾਰਨ ਕਰਕੇ ਪੂਰਨ ਤੌਰ 'ਤੇ ਪਵਿੱਤਰ ਰਹਿੰਦੇ ਹਨ। ਸਿੱਧ ਦਾ ਭਾਵ ਜਿਹੜੇ ਯੋਗ ਦੇ ਸਿਖਰ 'ਤੇ ਜਾ ਕੇ ਨਿਰਵਿਕਲਪ ਸਮਾਧੀ ਦੇ ਮਾਲਕ ਬਣ ਗਏ ਹਨ। ਸਾਧਕ ਦਾ ਭਾਵ ਜਿਹੜੇ ਹਰ ਵੇਲੇ ਭਗਤੀ ਅਤੇ ਸ਼ੁਭ ਕਰਮਾਂ ਕਰਕੇ ਜੁੜੇ ਹੋਏ ਹਨ। ਕਹਿੰਦੇ ਇਸੇ ਤਰ੍ਹਾਂ ਅਨੇਕ ਤਪ ਜਟਾ ਜੂਟ ਭੇਖ ਕੀਏ। ਅਤੇ ਇੰਨੇ ਜ਼ਿਆਦਾ ਸੰਸਾਰ ਦੇ ਵਿੱਚ ਹੋਰ ਮਾਰਗਾਂ ਦੇ ਲੋਕ ਜਿਨ੍ਹਾਂ ਨੇ ਸਿਰ 'ਤੇ ਜਟਾਵਾਂ ਧਾਰਨ ਕਰਕੇ ਸਦਾ ਹੀ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਜੁਟੇ ਰਹੇ, ਕਈ ਤਰ੍ਹਾਂ ਦੇ ਭੇਖ ਬਣਾਏ ਤਾਂ ਕਿ ਉਦਾਸ ਹੋ ਕੇ ਉਦਾਸ ਭੇਖ ਨੂੰ ਧਾਰਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਸੋ ਤਿੰਨ ਸਤਿਗੁਰ ਸੁਖ ਭਾਏ, ਕਿਰਪਾ ਧਾਰੀ ਜੀ ਨਾਮ ਕੀ ਬੜਾਈ ਦਈ, ਗੁਰ ਰਾਮਦਾਸ ਕੋ।
ਤੇ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਜਿਸ ਪਰਮੇਸ਼ਰ ਦਾ ਸਰੂਪ ਮੁਨੀ ਜਨ ਵੀ ਨਹੀਂ ਜਾਣ ਸਕੇ, ਜਿਸ ਪਰਮੇਸ਼ਰ ਦੇ ਸਰੂਪ ਨੂੰ ਵੇਦ ਬਾਣੀ ਵੀ ਨਹੀਂ ਕੱਥ ਸਕੀ, ਜਿਸ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਸ਼ਿਵ ਵਰਗੇ ਮਹਾਂ ਧਿਆਨੀ ਜੋਗੀ ਜਿਹੜੇ ਸਦਾ ਜੁੜੇ ਰਹਿੰਦੇ ਹਨ, ਅਤੇ ਕਈ ਯੁੱਗਾਂ ਦੇ ਵਿੱਚ ਭਰਮਣ ਦੇ ਬਾਵਜੂਦ ਵੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਕਹਿੰਦੇ ਸੋ ਤਿੰਨ ਸਤਿਗੁਰ ਸੁਖ ਪਾਏ। ਉਸ ਪਰਮ ਸੁਖ ਦੀ ਭਾਵ ਕਿ ਪਰਮੇਸ਼ਰ ਦੇ ਸਤ ਸਰੂਪ ਦੀ ਪ੍ਰਾਪਤੀ ਦਾ ਅਨੁਭਵ ਕਹਿੰਦੇ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਮਿਲਿਆ। ਇਸ ਕਰਕੇ ਕਿਰਪਾ ਧਾਰੀ ਕਿ ਜਦੋਂ ਆਪ ਜੀ ਦੀ ਸੇਵਾ ਸਮਰਪਣ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਾ ਗਿਆ ਅਤੇ ਪਰਮੇਸ਼ਰ ਦੇ ਸਤ ਸਰੂਪ ਦੀ ਪ੍ਰਾਪਤੀ ਦਾ ਕਹਿੰਦੇ ਜਿਹੜਾ ਅਨੁਭਵ ਹੈ, ਕਿਰਪਾ ਧਾਰਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਨਾਮ ਕੀ ਵਡਾਈ ਦਈ। ਨਾਮ ਕੀ ਵਡਾਈ ਦਾ ਭਾਵ ਕਿ ਕੀਰਤਨ ਦੁਆਰਾ ਜੋ ਸਾਰੇ ਸੰਸਾਰ ਦੀ ਕਲਿਆਣ ਹੁੰਦੀ ਹੈ, ਅਤੇ ਉਸੇ ਕੀਰਤਨ ਦੇ ਵਿੱਚੋਂ ਗਿਆਨ, ਉਸੇ ਕੀਰਤਨ ਦੀ ਧਾਰਾ ਦੇ ਵਿੱਚੋਂ ਅੰਮ੍ਰਿਤ ਰਸ ਗ੍ਰਹਿਣ ਕਰਦਾ ਹੈ। ਕਹਿੰਦੇ ਐਸੀ ਵਡਿਆਈ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤੇ ਲੋਕ ਪ੍ਰਗਾਸੇ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਨਾਮ ਨਿਧਾਨ, ਕਿ ਸਤਿਗੁਰੂ ਸਾਹਿਬ ਜੀ ਆਪ ਜੀ ਦਾ ਨਾਮ ਸਗਲ ਨਿਧਾਂ ਦਾ ਖਜ਼ਾਨਾ ਹੈ। ਧਿਆਨ ਅੰਤਰਗਤ, ਅਤੇ ਅੰਤਰਗਤ ਦੇ ਰੂਪ ਵਿੱਚ ਸਦਾ ਆਪ ਜੀ ਆਪਣੇ ਪਰਮ ਸਰੂਪ ਦੇ ਨਾਲ ਜੁੜੇ ਰਹਿੰਦੇ ਹੋ। ਤੇਜ ਪੁੰਜ, ਤੁਹਾਡੇ ਗਿਆਨ ਦਾ, ਤੁਹਾਡੀ ਕਿਰਪਾ ਦਾ ਇੰਨਾ ਜ਼ਿਆਦਾ ਪ੍ਰਕਾਸ਼ ਹੈ, ਤੇ ਉਹ ਲੋਕ ਪ੍ਰਗਾਸੇ ਕਿ ਤਿੰਨਾਂ ਲੋਕਾਂ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਦੇਖਤ ਦਰਸ ਭਟਕ ਭ੍ਰਮ ਭਜਤ, ਦੁੱਖ ਪਰ ਹਰ ਸੁਖ ਸਹਿਜ ਵਿਗਾਸੇ। ਕਿ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਦੇਖਦਿਆਂ ਹੀ ਸਾਰੇ ਭਰਮ, ਸਾਰੀ ਭਟਕਣ ਅਤੇ ਸਾਰੇ ਭਰਮ ਨਾਸ਼ ਹੋ ਜਾਂਦੇ ਹਨ। ਦੁੱਖ ਪਰ ਹਰ, ਸਾਰੇ ਦੁੱਖਾਂ ਦੀ ਬਿਧ ਨਾਸ਼ ਹੋ ਜਾਂਦੀ ਹੈ। ਸੁਖ ਸਹਿਜ ਵਿਗਾਸੇ, ਅਤੇ ਜੀਵ ਦੇ ਅੰਦਰ ਸੁਖ ਸਹਿਜ ਸਰੂਪ ਦਾ ਵਿਗਾਸ ਭਾਵ ਖੇੜਾ ਮੁੱਲ ਪੈਂਦਾ ਹੈ। ਸੇਵਕ ਸਿੱਖ ਸਦਾ ਅਤ ਲੋਭਿਤ, ਅਲ ਸਮੂਹ ਜਿਉ ਕੁਸਮ ਸੁਬਾਸੇ। ਅਤੇ ਸੇਵਕ ਜਿਹੜੇ ਸਿੱਖ ਹਨ, ਸੇਵਕ ਰੂਪ ਦੇ ਵਿੱਚ ਹੋ ਕੇ ਸਦਾ ਆਪ ਜੀ ਦੇ ਚਰਨਾਂ ਨਾਲ ਇਉਂ ਜੁੜੇ ਰਹਿੰਦੇ ਹਨ ਜਿਵੇਂ ਭੌਰੇ ਫੁੱਲ ਦੇ ਵਿੱਚੋਂ ਰਸ ਲੈਂਦੇ ਹਨ। ਇੰਜ ਦੀ ਆਪ ਜੀ ਦੇ ਸਿੱਖਾਂ ਦੇ ਅੰਦਰ ਭਾਵਨਾ ਹੈ ਕਿ ਉਹ ਕੀਰਤਨ ਦੁਆਰਾ ਮਸਤਕ ਭੇਟ ਕਰਕੇ ਸਦਾ ਹੀ ਆਪ ਜੀ ਦੇ ਪਰਮ ਸਰੂਪ ਦੇ ਵਿੱਚੋਂ ਅੰਮ੍ਰਿਤ ਰਸ ਜਿਹੜਾ ਹਨ ਗ੍ਰਹਿਣ ਕਰਦੇ ਹਨ। ਵਿਦਮਾਨ ਗੁਰ ਆਪ ਥੱਪਿਓ, ਥਿਰ ਸਾਚੋ ਤਖਤ ਗੁਰੂ ਰਾਮਦਾਸੈ। ਅਤੇ ਕਹਿੰਦੇ ਜਿਸ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਕਿਰਪਾ ਦਾ, ਅਕਾਲ ਪੁਰਖ ਦੀ ਕਿਰਪਾ ਦਾ ਪ੍ਰਕਾਸ਼ ਆਪਣੇ ਮਾਧਿਅਮ ਦੁਆਰਾ ਕੀਤਾ ਸੀ, ਕਹਿੰਦੇ ਉਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਵਿਦਮਾਨ ਗੁਰ ਆਪ ਥੱਪਿਓ। ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਲਿਆ ਕਿ ਸਾਡੇ ਸੰਪੂਰਨ ਸਮਰੱਥ ਅਜ਼ਮਤ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਕਰਨ ਯੋਗ ਹੈ, ਤਾਂ ਫਿਰ ਆਖਦੇ ਥਿਰ ਥਾਚੋ ਤਖਤ, ਕਿ ਜਿਹੜਾ ਤਖਤ ਸਦਾ ਥਿਰ ਰਹਿਣ ਵਾਲਾ ਹੈ, ਜਿਸ ਤਖਤ ਦੀ ਸੱਤਾ ਦੁਨੀਆ ਦੇ ਹਰੇਕ ਪ੍ਰਾਣੀ ਮਾਤਰ ਦੇ ਅੰਦਰ ਹੋਏਗੀ। ਕਹਿੰਦੇ ਐਸੇ ਸੱਚੇ ਤਖਤ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਭਾਏਮਾਨ ਕੀਤਾ ਹੈ। ਤਾਰੋ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ। ਅਤੇ ਜਿਵੇਂ ਕੋਈ ਰਾਜਾ ਰਾਜ ਸਿੰਘਾਸਣ 'ਤੇ ਬੈਠ ਕੇ ਪ੍ਰਜਾ ਦੀ ਕਲਿਆਣ ਕਰਦਾ, ਤਾਂ ਭੱਟ ਸਾਹਿਬਾਨ ਜੀ ਆਖਦੇ ਨੇ ਤਾਰਿਓ ਸੰਸਾਰ, ਕਿ ਆਪ ਜੀ ਇਸ ਸੰਸਾਰ ਦਾ ਤਾਰ ਰਹੇ ਹੋ, ਕਲਿਆਣ ਕਰ ਰਹੇ ਹੋ। ਜਿਹੜਾ ਸੰਸਾਰ ਮਾਇਆ ਮਦ ਮੋਹਿਤ, ਕਿ ਜਿਹੜਾ ਮਾਇਆ ਦੇ ਨਸ਼ੇ ਦੇ ਵਿੱਚ ਖੁਆਰ ਹੋਇਆ ਹੈ, ਕੋਈ ਤ੍ਰਿਸ਼ਨਾ ਦੇ ਅਧੀਨ ਖੁਆਰ ਹੋ ਰਿਹਾ ਹੈ, ਕੋਈ ਵਾਸਨਾ ਕਰਕੇ ਰਸਾਤਲ ਵੱਲ ਜਾ ਰਿਹਾ ਹੈ, ਕੋਈ ਅਗਿਆਨ ਕਰਕੇ ਬੇਮੁਖ ਹੋਇਆ ਫਿਰਦਾ ਹੈ। ਕਹਿੰਦੇ ਇਸ ਸਾਰੇ ਸੰਸਾਰ ਨੂੰ ਜਿਹੜਾ ਮਾਇਆ ਦੀ ਤਰਫ ਮੋਹਿਤ ਹੋਇਆ ਹੈ, ਇਸ ਯੁੱਗ ਨੂੰ ਤਾਰਨ ਦੇ ਸਮਰੱਥ ਆਪ ਜੀ ਤਾਰਨ ਵਾਲੇ ਹੋ। ਅਤੇ ਤਾਰਿਆ ਕਿਵੇਂ ਹੈ? ਅੰਮ੍ਰਿਤ ਨਾਮ ਦਿਓ ਸਮਰੱਥ,
ਕਿ ਆਪਣੇ ਅੰਮ੍ਰਿਤ ਨਾਮ ਦੁਆਰਾ ਸੰਸਾਰ ਦੀ ਮਾਇਆ ਦਾ ਮੋਹ ਦਾ ਨਾਚ ਕਰਦੇ ਹੋ। ਫੁਨ ਕੀਰਤਵੰਤ ਸਦਾ ਸੁਖ ਸੰਪਤ, ਰਿੱਧ ਅਰ ਸਿੱਧ ਨਾ ਛੋੜੈ ਸਾਥ। ਤਾਂ ਫਿਰ ਕਹਿੰਦੇ ਪਹਿਲਾਂ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਦੇ ਹੋ, ਉਸ ਤੋਂ ਅੱਗੇ ਫੁਨ ਕੀਰਤਵੰਤ ਸਦਾ ਸੁਖ ਸੰਪਤ, ਕਿ ਜੋ ਪਰਮੇਸ਼ਰ ਦੀ ਕੀਰਤੀ ਕਰਨ ਦਾ, ਸ਼ੁਭ ਸਿਫਤ ਕਰਨ ਦਾ ਆਪ ਜੀ ਨੇ ਸ਼ੁਭ ਮਾਰਗ ਦਿਖਲਾਇਆ ਹੈ, ਉਹ ਆਪ ਜੀ ਦੇ ਪਾਸ ਬੜਾ ਭਰਪੂਰ ਹੈ। ਰਿੱਧ ਅਰ ਸਿੱਧ ਨਾ ਛੋੜੈ ਸਾਥ। ਅਤੇ ਜਿਹੜੀਆਂ ਨਵ ਨਿਧੀਆਂ 18 ਸਿੱਧੀਆਂ ਕਹੀਆਂ ਜਾਂਦੀਆਂ ਹਨ, ਉਹ ਕਦੇ ਆਪ ਜੀ ਦਾ ਸੰਗ ਨਹੀਂ ਛੱਡਦੀਆਂ ਹਨ। ਦਾਨ ਬਡਾਓ ਅਤਵੰਤ ਮਹਾਬਲ, ਸੇਵਕ ਦਾਸ ਕਹਿਓ ਇਹ ਤੱਥ। ਅਤੇ ਆਖਦੇ ਹਨ ਕਿ ਆਪ ਜੀ ਦਾ ਦਾਨ ਬਡੋ, ਏਡਾ ਵੱਡਾ ਦਾਨ। ਦਾਨ ਬਡੋ ਦਾ ਭਾਵ ਇਹ ਹੈ ਕਿ ਜਿਵੇਂ ਅਸੀਂ ਕਿਸੇ ਨੂੰ ਦਾਨ ਦਿੰਦੇ ਹਾਂ, ਉਹ ਬਾਅਦ ਦੇ ਵਿੱਚ ਘਟ ਜਾਂਦਾ, ਖਤਮ ਹੋ ਜਾਂਦਾ ਹੈ। ਕਹਿੰਦੇ ਆਪ ਜੀ ਨੂੰ ਜਿਹੜਾ ਆਪ ਜਿਸ ਕਿਸੇ ਨੂੰ ਭਗਤੀ ਦਾਨ, ਸਿਫਤ ਸਲਾਹ ਕਰਨ ਦਾ ਦਾਨ, ਆਤਮਿਕ ਸਰੂਪ ਦੀ ਇੱਕ ਸੁਰਤਾ ਦਾ, ਇਕਾਗਰਤਾ ਦਾ ਜਿਹੜਾ ਬਖਸ਼ਿਸ਼ ਕਰ ਦਿੰਦੇ ਹੋ, ਜਾਂ ਜਿਹਨੂੰ ਸੰਸਾਰੀ ਬਖਸ਼ਿਸ਼ਾਂ ਵੀ ਕਰ ਦਿੰਦੇ ਹੋ, ਮੁੜ ਕੇ ਘਟਣ ਵਾਲੀਆਂ ਨਹੀਂ ਹੁੰਦੀਆਂ। ਇਸ ਕਰਕੇ ਆਖਦੇ ਹਨ ਦਾਨ ਬਡਾਓ। ਜਦ ਕਿਤੇ ਜਿਨ੍ਹਾਂ ਨੇ ਪਿਛਲੇ ਜਾਂ ਉਸ ਤੋਂ ਪਿਛਲੇ ਸਾਲ ਸ਼ਾਇਦ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਕੁਝ ਇਸ ਤਰ੍ਹਾਂ ਦਾ ਇੱਕ ਸਰਵੇ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਕਿ ਜਿਹੜੇ ਮੁੱਢਲੇ ਦੁਕਾਨਦਾਰ ਉੱਥੇ ਆ ਕੇ, ਜਿਨ੍ਹਾਂ ਦੇ ਅੱਜ ਜਿਹੜੇ ਅਰਬਪਤੀਆਂ ਤੱਕ ਪਹੁੰਚ ਗਏ ਹਨ, ਕੇਵਲ ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਦੇ ਨਾਲ ਉਸ ਨਗਰ ਵਿੱਚ ਵਸਾਏ ਹੋਏ ਸਨ। ਕਹਿੰਦੇ ਸਭ ਤਰ੍ਹਾਂ ਦੇ ਦਾਨ ਏਡੇ ਵੱਡੇ ਭਰਪੂਰ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਬਖਸ਼ਿਸ਼ ਕਰਦੇ ਹੋ। ਅਤਿਵੰਤ ਮਹਾਬਲ, ਕਿ ਤੁਹਾਡੇ ਸ਼ਬਦ ਦੇ ਵਿੱਚ, ਤੁਹਾਡੇ ਸਰੂਪ ਵਿੱਚ ਇੰਨੀ ਸਮਰੱਥਾ ਹੈ ਕਿ ਸਭ ਦੁਸ਼ਟਾਂ ਡਲਣਾ ਦਾ ਨਾਸ਼ ਕਰ ਦਿੰਦੇ ਹੋ। ਸੇਵਕ ਦਾਸ ਕਹਿਓ ਇਹ ਤੱਥ। ਹੁਣ ਭੱਟ ਸਾਹਿਬਾਨ ਇਸ ਤਰ੍ਹਾਂ ਤਾਂ ਆਏ ਨਹੀਂ ਗੋਇੰਦਵਾਲ ਸਾਹਿਬ ਜਾਂ ਰਾਮਦਾਸਪੁਰ ਵਿਖੇ ਕਿ 2 ਦਿਨ ਰਹੇ ਅਤੇ ਬਾਅਦ ਚਲ ਗਏ। ਭੱਟ ਸਾਹਿਬਾਨਾਂ ਨੇ ਪਹਿਲਾਂ ਗੁਰਸਿੱਖਾਂ ਦੇ ਜੀਵਨ ਦੀ ਕਰਨੀ ਨੂੰ, ਗੁਰੂ ਕਿਰਪਾ ਨੂੰ ਤੱਕਿਆ ਅਤੇ ਸਾਧਨਾ ਕਰਦੇ ਰਹੇ। ਅਤੇ ਭੱਟ ਸਾਹਿਬਾਨ ਜੀ ਹੁਣ ਜ਼ਿਕਰ ਕਰਦੇ ਹਨ, ਸੇਵਕ ਦਾਸ ਕਹਿਓ ਇਹ ਤੱਥ, ਕਿ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ, ਜਾਂ ਕੇਵਲ ਹਲਕੇ ਢੰਗ ਤੋਂ ਨਹੀਂ ਕਹਿ ਦਿੱਤਾ, ਕਿਉਂਕਿ ਸਾਨੂੰ ਸਿਫਤ ਕਰਨੀ ਆਉਂਦੀ, ਸਵਈਏ ਕਹਿਣੇ ਆਉਂਦੇ ਨੇ, ਅਤੇ ਅਸੀਂ ਉਹਨਾਂ ਸਵਈਆਂ ਦੇ ਵਿੱਚ ਕਹਿ ਦਿੱਤਾ। ਭੱਟ ਸਾਹਿਬਾਨ ਆਖਦੇ ਹਨ, ਸੇਵਕ ਦਾਸ ਕਹਿਓ ਇਹ ਤੱਥ, ਕਿ ਸੱਚ ਦੇ ਨਾਲ ਭਰਪੂਰ ਔਰ ਅਨੁਭਵ ਕੀਤੀ ਹੋਈ ਬਾਤ ਹੈ। ਤਾਹੇ ਕਹਾਂ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਕਿ ਉਹਨੂੰ ਕਿਸੇ ਦੀ ਪਰਵਾਹ ਕੀ ਹੋ ਸਕਦੀ ਹੈ, ਕਿਸੇ ਦਾ ਡਰ ਕੀ ਹੋ ਸਕਦਾ ਹੈ, ਜਿਹਦੇ ਸਿਰ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਦੇ ਹਨ। ਤੀਨ ਭਵਨ ਭਰਪੂਰ ਰਹਿਓ ਸੋਈ। ਕਹਿੰਦੇ ਜੋ ਮਾਲਕ ਤਿੰਨਾਂ ਭਵਨਾਂ ਦੇ ਵਿੱਚ ਭਰਪੂਰ ਰਹਿੰਦਾ ਹੈ, ਹਰ ਭਵਨ ਦੇ ਵਿੱਚ ਉਹਨੇ ਆਪਣੀ ਸੱਤਾ ਦਾ ਸੰਪੂਰਨ ਪ੍ਰਕਾਸ਼ ਕੀਤਾ ਹੈ। ਆਪਨ ਸਰਸ ਕੀਓ ਨਾ ਜਗਤ ਕੋਈ। ਅਤੇ ਆਪਣਾ ਪ੍ਰਕਾਸ਼ ਆਪਣੇ ਆਪ ਕਰਨ ਦੇ ਸਮਰੱਥ ਹੈ। ਆਪਨ ਆਪ ਹੀ ਉਪਾਇਓ, ਕਿ ਜਿਵੇਂ ਅਸੀਂ ਕੋਈ ਕੰਮ ਕਰਦੇ ਹਾਂ, ਸਾਨੂੰ ਕੋਈ ਨਿਰਦੇਸ਼ਨ ਦਿੰਦਾ ਹੈ, ਜਾਂ ਇੱਛਾ ਫੁਰਦੀ ਹੈ, ਜਾਂ ਸਾਡੀ ਮਜਬੂਰੀ ਜਾਂ ਲੋੜ ਬਣਦੀ ਹੈ, ਪਰ ਭੱਟ ਸਾਹਿਬਾਨ ਕਰਦੇ ਨੇ ਆਪਨ ਆਪ, ਕਿ ਆਪ ਜੀ ਨੇ ਆਪਣੇ ਕਿਰਪਾ ਸਰੂਪ ਦਾ ਪ੍ਰਕਾਸ਼ ਕਰਕੇ ਬ੍ਰਹਿਮੰਡ ਸਾਜਣਾ, ਉਸ ਦੇ ਅੰਦਰ ਭਗਤੀ ਦਾ ਵਿਥਾਰ ਕਰਨ ਦੇ ਲਈ ਆਪ ਹੀ ਆਪਣਾ ਸਰੂਪ ਧਾਰਨ ਕਰਨਾ। ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਅਤੇ ਦੇਵਤੇ ਅਤੇ ਮਨੁੱਖ ਜਨ, ਅਸੁਰ ਦਾ ਭਾਵ ਦੈਂਤ, ਕਹਿੰਦੇ ਆਪ ਜੀ ਦੇ ਕਿਸ ਰੂਪ ਦਾ ਕਿਸੇ ਪ੍ਰਕਾਰ ਕਰਕੇ ਅੰਤ ਨਹੀਂ ਪਾਇਆ ਹੈ। ਪਾਇਓ ਨਹੀਂ ਅੰਤ ਸੁਰ ਹੈ ਅਸੁਰ ਹੈ ਨਰ, ਗਣ ਗੰਧਰਵ ਖੋਜੰਤ ਫਿਰੇ। ਅਤੇ ਬੜੇ ਐਸੇ ਦੇਵਤੇ ਦੈਂਤ, ਗਣ ਗੰਧਰਵ, ਰਿਖੀਵਾਰ ਆਦਿਕ ਹਨ, ਜੋ ਆਪ ਜੀ ਦੇ ਸਰੂਪ ਦੀ ਖੋਜ ਕਰਦਿਆਂ ਬੜੇ ਯੁੱਗ ਫਿਰਦੇ ਰਹੇ ਹਨ। ਅਬਿਨਾਸੀ ਅਚਲ ਅਜੋਨੀ ਸੰਭਉ, ਪੁਰਖੋਤਮ ਪਾਰ ਪਰੇ। ਅਤੇ ਆਪ ਜੀ ਦਾ ਉਹ ਪਰਮ ਸਰੂਪ ਜੋ ਅਬਿਨਾਸੀ ਹੈ, ਜਿਹੜਾ ਨਾਸ਼ ਵਿੱਚ ਨਹੀਂ ਆਉਂਦਾ। ਅਚਲ ਭਾਵ ਜਿਹੜਾ ਸਦਾ ਹੀ ਠਹਿਰਿਆ ਹੋਇਆ ਹੈ। ਅਜੋਨੀ ਦਾ ਭਾਵ ਜੂਨਾਂ ਤੋਂ ਰਾਇਤ ਹੈ। ਸੰਭਵ ਦਾ ਭਾਵ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਤੇ ਪੁਰਖਾਂ ਦੇ ਵਿੱਚ ਜਿਹੜਾ ਕਹਿੰਦੇ ਸਭ ਤੋਂ ਉੱਤਮ ਹੈ। ਅਪਾਰ ਪਰੇ, ਉਸ ਅਪਾਰ ਸਰੂਪ ਦਾ ਭੇਦ ਕਿਸੇ ਕੋਲੋਂ ਨਹੀਂ ਸੀ ਪਾਇਆ ਜਾ ਸਕਿਆ। ਕਰਨ ਕਾਰਨ ਸਮਰੱਥ ਸਦਾ ਸੋਈ,
ਸਰਬ ਜੀ ਮਨ ਧਿਆਇਓ। ਪਰ ਭੱਟ ਸਾਹਿਬਾਨ ਜ਼ਿਕਰ ਕਰਦੇ ਹਨ ਕਿ ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਕਰਨ ਕਾਰਨ ਸਮਰੱਥ, ਕਿ ਸੰਸਾਰ ਦੇ ਕਰਤਾ ਹੋ ਕੇ, ਫਿਰ ਸੰਸਾਰ ਦੇ ਗੁਰੂ ਕਰਤਾ ਹੋ ਕੇ ਸਭ ਤਰੀਕਿਆਂ ਦੇ ਨਾਲ ਸੰਸਾਰ ਦੀ ਕਲਿਆਣ ਕਰਨ ਦੇ ਸਮਰੱਥ ਹੋ। ਸਰਬ ਜੀ ਮਨ ਧਿਆਇਓ। ਤੇ ਜਿਸ ਅਕਾਲ ਪੁਰਖ ਦੀ ਸੱਤਾ ਨੂੰ, ਜਿਸ ਅਕਾਲ ਪੁਰਖ ਦੇ ਸਰੂਪ ਨੂੰ ਸਾਰੇ ਜੀ ਆਪਣੇ ਮਨ ਅੰਦਰ ਧਿਆਨ ਧਰ ਕੇ ਯਾਦ ਕਰਦੇ ਹਨ, ਆਰਾਧਦੇ ਹਨ, ਕਹਿੰਦੇ ਉਹੀ ਪਰਮ ਸਰੂਪ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਦੁਆਰਾ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਭਾਵ ਕਿ ਜੇ ਭਗਤੀ ਜਿੰਨੀ ਸੰਸਾਰ ਦੇ ਵਿੱਚ ਆਪ ਜੀ ਨੇ ਦਇਆਲਤਾ ਵਰਤਾਉਣੀ ਹੈ, ਜਿਸ ਅਕਾਲ ਪੁਰਖ ਦੇ ਸਰੂਪ ਨੂੰ ਸੰਸਾਰ ਤਲਾਸ਼ ਕਰਦਾ ਫਿਰਦਾ ਹੈ, ਆਪ ਜੀ ਉਹੀ ਸਰੂਪ ਧਾਰਨ ਕਰਕੇ ਜਯੋ ਜੈ ਜਗ ਮੈਂ, ਕਿ ਭਾਵ ਜਦੋਂ ਸੱਚਖੰਡ ਤੋਂ ਮਾਤ ਲੋਕ ਆਏ ਹੋ ਉਸ ਸਮੇਂ ਵੀ ਜਯੋ, ਭਾਵ ਕਿ ਆਕਾਸ਼ ਦੇ ਵਿੱਚ ਵੀ ਆਪ ਜੀ ਦੀ ਜੈ ਹੋਈ ਹੈ। ਜੈ ਜਗ ਮਹਿ। ਤੇ ਜਦੋਂ ਸੰਸਾਰ 'ਤੇ ਆ ਕੇ ਆਪਣੀ ਕਿਰਪਾ ਦਾ ਪ੍ਰਕਾਸ਼ ਕੀਤਾ ਹੈ, ਉਦੋਂ ਵੀ ਸੰਸਾਰ ਦੇ ਵਿੱਚ ਤੁਹਾਡੀ ਜੈ ਜੈਕਾਰ ਹੋਈ ਹੈ। ਤੈ ਹਰ ਪਰਮ ਪਦ ਪਾਇਓ, ਕਿਉਂਕਿ ਆਪ ਜੀ ਨੇ ਪਰਮੇਸ਼ਰ ਹਰੀ ਪਰਮੇਸ਼ਰ ਦਾ ਸਿੰਘਾਸਣ ਪਰਮ ਪਦ ਪ੍ਰਾਪਤ ਕੀਤਾ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਹੁਣ ਗੁਰੂ ਨਾਨਕ ਸਾਹਿਬ ਜੀ ਗੁਰ ਪਰਮੇਸ਼ਰ ਕਿਵੇਂ ਹੋਏ ਤੇ ਉਹਨਾਂ ਦੀ ਕਲਾ ਗੁਰੂ ਰਾਮਦਾਸ ਸਾਹਿਬ ਜੀ ਤੱਕ ਕਿਵੇਂ ਪ੍ਰਗਟੀ, ਭੱਟ ਸਾਹਿਬਾਨ ਜ਼ਿਕਰ ਕਰਦੇ ਹਨ ਕਿ ਭਾਵੇਂ ਸਤਿਗੁਰੂ ਗੁਰੂ ਸਾਹਿਬ ਜੀ ਸੰਪੂਰਨ ਸਨ ਸਰਵ ਕਲਾ ਕਰਕੇ, ਪਰ ਉਹਨਾਂ ਨੇ ਸੰਸਾਰ ਦੇ ਵਿੱਚ ਗੁਰਮੁਖਤਾ ਦਾ ਮਾਰਗ ਚਲਾਉਣਾ ਸੀ। ਇਸ ਕਰਕੇ ਗੁਰੂ ਸਾਹਿਬਾਨਾਂ ਨੇ ਖੁਦ ਗੁਰਮੁਖ ਹੋ ਕੇ ਸਾਧਨਾ ਕੀਤੀ। ਕਹਿੰਦੇ ਸਤਿਗੁਰ ਨਾਨਕ, ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਪ੍ਰਕਾਰ ਭਗਤੀ ਕੀਤੀ ਕਿ ਪੂਰੀ ਤਰ੍ਹਾਂ ਇੱਕ ਮਨ ਇਕਾਗਰ ਹੋ ਗਏ। ਆਪਣੇ ਮਨ ਨੂੰ ਸੰਸਾਰ ਪਦਾਰਥ ਕਿਸੇ ਤਰਫ ਨਹੀਂ ਭਟਕਣ ਦਿੱਤਾ। ਤਨ ਮਨ ਧਨ ਗੋਬਿੰਦ ਦਿਓ। ਫਿਰ ਪਰਮੇਸ਼ਰ ਦੀ ਕਿਰਪਾ ਦਾ ਪ੍ਰਕਾਸ਼ ਕਰਨ ਦੇ ਲਈ ਤਨ ਦਾ ਭਾਵ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੁਬਾਰਕ ਉਦਾਸੀਆਂ ਕੀਤੀਆਂ। ਮਨ ਦਾ ਭਾਵ ਕਿ ਆਪਣੇ ਮਨ ਨੂੰ ਇੱਕੋ ਆਦਰਸ਼ ਦੇ ਲਿਆ ਕਿ ਸੰਸਾਰ ਨੂੰ ਪਰਮੇਸ਼ਰ ਦਾ ਮਾਰਗ ਦਿਖਾਉਣਾ ਹੈ। ਧਨ ਦਾ ਭਾਵ ਜਿਹੜਾ ਮੋਦੀਖਾਨੇ ਦੇ ਰੂਪ ਵਿੱਚ ਜਿੰਨੀ ਦੌਲਤ ਸੀ ਜਾਂ ਹੋਰ ਜਿੰਨੀ ਸਾਰੀ, ਚਾਹੇ ਸੁਲਤਾਨ ਕਰਤਾਰਪੁਰੇ ਦੀ ਖੇਤੀ ਸੀ, ਸਾਰੀ ਮਾਨਵਤਾ ਨੂੰ ਕਹਿੰਦੇ ਗੋਬਿੰਦ ਦਿਓ। ਗੋਬਿੰਦ ਪਰਮੇਸ਼ਰ ਨੂੰ ਅਰਪਣ ਕੀਤੀ ਸੀ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਅਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਅਨੰਤ ਮੂਰਤ, ਕਿ ਜਿਸ ਪਰਮੇਸ਼ਰ ਦੀ ਮੂਰਤ ਦਾ ਕੋਈ ਅੰਤ ਨਹੀਂ ਹੈ। ਨਿਜ ਧਾਰੀ, ਗੁਰੂ ਅੰਗਦ ਦੇਵ ਸਾਹਿਬ ਜੀ ਨਿਜ ਸਰੂਪ ਹੋ ਕੇ ਪ੍ਰਗਟੇ। ਅਗਮ ਗਿਆਨ, ਕਿ ਜਿਸ ਸਤਿਗੁਰੂ ਗੁਰੂ ਨਾਨਕ ਸਰੂਪ ਦੇ ਗਿਆਨ ਦਾ ਭੇਦ ਸਿੱਧ ਲੋਕ ਨਹੀਂ ਪਾ ਸਕੇ, ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰਸ ਰਸਿਓ ਹੀਓ, ਤੇ ਸਦਾ ਇਹਦਾ ਪਰਮ ਰਸ ਮਾਣ ਕੇ ਹਿਰਦੇ ਅੰਦਰ ਭਰਪੂਰ ਰਹੇ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਤੇ ਕਹਿੰਦੇ ਉਸ ਤੋਂ ਉਪਰੰਤ ਗੁਰ ਅਮਰਦਾਸ, ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਕਰਤਾਰ ਕਰਤਾ ਪੁਰਖ ਨੂੰ ਸਾਧਨਾ ਕਰਕੇ ਉਹਦੇ ਪ੍ਰਤੀ ਸਮਰਪਣ ਕਰਕੇ ਆਪਣੇ ਵਸ ਕੀਤਾ, ਜਿਸ ਦੇ ਸਦਕਾ ਉਹਨਾਂ ਨੇ ਵਾਹੋ ਵਾਹੋ ਕਰ ਧਿਆਇਓ, ਕਿ ਸਦਾ ਹੀ ਪਰਮੇਸ਼ਰ ਨੂੰ ਗੁਰੂ ਸਰੂਪ ਜਾਣ ਕੇ ਵਾਹੋ ਵਾਹੋ ਕਰਦਿਆਂ ਹੋਇਆਂ ਸਿਫਤ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਪਰ ਆਖਦੇ ਹਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਿ ਗੁਰੂ ਨਾਨਕ ਸਰੂਪ ਦੀ ਅਥਾਹ ਸਾਧਨਾ ਹੈ, ਗੁਰੂ ਅੰਗਦ ਸਰੂਪ ਦੀ ਵੀ ਅਥਾਹ ਸਾਧਨਾ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਅਕਥ ਕਥਾ ਹੈ। ਪਰ ਇਹਨਾਂ ਤਿੰਨਾਂ ਗੁਰੂਆਂ ਦੀ ਕਿਰਪਾ ਦਾ ਪ੍ਰਕਾਸ਼ ਆਪ ਜੀ ਨੂੰ ਪਰਮ ਪਦਵੀ ਦੇ ਰੂਪ ਵਿੱਚ ਮਿਲਿਆ। ਇਸ ਕਰਕੇ ਲੋਕ ਅਤੇ ਪਰਲੋਕ ਦੇ ਵਿੱਚ ਆਪ ਜੀ ਦੇ ਕਿਰਪਾ ਸਰੂਪ ਦੀ ਜੈ ਜੈਕਾਰ ਹੋ ਰਹੀ ਹੈ। ਨਾਰਦ ਧਰੂ ਪ੍ਰਹਿਲਾਦ ਸੁਦਾਮਾ, ਪੁੱਬ ਭਗਤ ਹਰ ਕੇ ਜੋ ਗਣੰ। ਤੇ ਕਹਿੰਦੇ ਨਾਰਦ ਵਰਗੇ ਰਿਸ਼ੀ ਵਰ ਲੋਕ, ਧਰੂ ਭਗਤ ਵਰਗੇ ਪ੍ਰਹਿਲਾਦ ਸੁਦਾਮਾ, ਜਿਹੜੇ ਪਹਿਲੇ ਯੁੱਗਾਂ ਦੇ ਵਿੱਚ ਪਰਮੇਸ਼ਰ ਦੇ ਭਗਤ ਗਿਣੇ ਜਾਂਦੇ ਹਨ। ਅੰਬਰੀਕ ਜੈ ਦੇਵ ਤਿਰਲੋਚਨ, ਨਾਮਾ ਅਵਰ ਕਬੀਰ ਪਣੰ।
ਅਮਰੀਕ ਭਗਤ ਭਗਤ ਜੈ ਦੇਵ ਭਗਤ ਤਰਲੋਚਨ ਤੇ ਨਾਮਦੇਵ ਭਗਤ ਜੀ। ਕਹਿੰਦੇ ਭਗਤ ਕਬੀਰ ਸਾਹਿਬ ਜੀ ਜਿਸ ਪਰਮੇਸ਼ਰ ਦਾ ਨਾਮ ਭਣਦੇ ਹਨ, ਜਿਸ ਅਕਾਲ ਪੁਰਖ ਨੂੰ ਯਾਦ ਕਰਦੇ ਹਨ, ਤਿਨ ਕੋ ਅਵਤਾਰ ਭਇਓ ਕਲ ਭਿੰਤਰ, ਜਸ ਜਗਤਰ ਪਰਛਾਇਓ। ਕਿ ਜਿਸ ਪਰਮੇਸ਼ਰ ਦੇ ਸਰੂਪ ਦਾ ਸਾਰੇ ਭਗਤ ਜਨ ਧਿਆਨ ਧਰ ਕੇ ਉੱਚੀ ਸ਼ੋਭਾ ਵਾਲੇ ਹੋ ਗਏ ਹਨ। ਆਪ ਜੀ ਕਹਿੰਦੇ ਏਡੀ ਵੱਡੀ ਕਿਰਪਾ ਕੀਤੀ ਹੈ ਕਿ ਕਲਯੁਗ ਦੇ ਵਿੱਚ ਉਹੀ ਪਰਮ ਸਰੂਪ ਧਾਰਨ ਕਰਕੇ ਪ੍ਰਗਟੇ ਹੋ, ਜਸ ਜਗਤਰ ਪਰਛਾਇਓ। ਤੇ ਸਾਰੇ ਸੰਸਾਰ ਦੇ ਵਿੱਚ ਆਪ ਜੀ ਦੇ ਅਥਾਹ ਸਰੂਪ ਦੀ ਸਿਫਤ ਦਾ ਪ੍ਰਕਾਸ਼ ਛਾਇਆ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਇੱਥੇ ਗੁਰ ਸ਼ਬਦ ਆ ਰਿਹਾ ਤੇ ਗੁਰ ਸ਼ਬਦ ਦਾ ਭਾਵ ਇਕੱਲਾ ਗੁਰੂ ਨਹੀਂ, ਕਿ ਭਾਵ ਗੁਰੂ ਰਾਮਦਾਸ ਸਾਹਿਬ ਜੀ ਨੇ ਗਿਆਨ ਦੀ ਜੁਗਤ ਦਾ ਪ੍ਰਕਾਸ਼ ਕੀਰਤਨ ਦੁਆਰਾ ਕੀਤਾ। ਇਸ ਕਰਕੇ ਆਖਦੇ ਨੇ ਸ੍ਰੀ ਗੁਰੂ ਰਾਮਦਾਸ, ਭਾਵ ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀਓ ਸੰਸਾਰ ਦੇ ਵਿੱਚ ਆਪ ਜੀ ਦੀ ਜਦੋਂ ਕੀਰਤੀ ਪ੍ਰਗਟੀ ਹੈ ਤੇ ਦੋਨਾਂ ਲੋਕਾਂ ਦੇ ਵਿੱਚ ਆਪ ਦੇ ਸਰੂਪ ਦੀ ਜੈ ਜੈਕਾਰ ਹੁੰਦੀ ਹੈ। ਤੈ ਹਰ ਪਰਮ ਪਦ ਪਾਇਓ। ਐਸਾ ਆਪ ਜੀ ਨੇ ਪਰਮੇਸ਼ਰ ਦੀ ਅਚਲ ਅਬਿਨਾਸ਼ੀ ਅਟਲ ਪਦਵੀ ਨੂੰ ਪਾ ਕੇ ਸੰਸਾਰ ਦਾ ਕਲਿਆਣ ਕੀਤਾ ਹੈ। ਇਸ ਪ੍ਰਕਾਰ ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਅਗੰਮ ਸਰੂਪ ਦੀ ਸਿਫਤ ਸਲਾਹ ਕੱਥ ਕੇ ਗੁਰੂ ਕਿਰਪਾ ਨੂੰ ਮਾਣਦੇ ਹਨ, ਸਾਨੂੰ ਸਭ ਨੂੰ ਨਿਵਾਜਿਸ਼ ਕਰਦੇ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ। ਆਰੰਭ ਦੇ ਵਿੱਚ ਜ਼ਿਕਰ ਆਇਆ ਸੀ, ਸੰਤਤ ਹੀ ਸਤ ਸੰਗ ਸੰਗ ਰਤੇ ਸੁਰੰਗ ਰਤੇ ਜਸ ਗਾਵਤ ਹੈ। ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਮਿਹਰ ਸਤ ਸੰਗਤ ਵਿੱਚ ਰੱਖੀ ਹੋਈ ਹੈ। ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਸਭ ਤਰ੍ਹਾਂ ਦਾ ਕਲਿਆਣ ਹੋ ਜਾਂਦਾ ਹੈ। ਇਸ ਕਰਕੇ ਬੜਾ ਵੱਡਾ ਜ਼ਿਕਰ ਆਇਆ ਸੀ, ਸੇਵਕ ਦਾਸ ਕਹਿਓ ਇਹ ਤੱਥ। ਧਰਮ ਦੇ ਮਾਰਗ 'ਤੇ ਲੁਕਾਈ ਸਾਰੀ ਚੱਲਦੀ ਹੈ, ਇਹ ਕੋਈ ਬਹੁਤੀ ਵੱਡੀ ਬਾਤ ਨਹੀਂ ਹੈ, ਪਰ ਦ੍ਰਿੜ ਭਰੋਸੇ ਦੇ ਨਾਲ ਚੱਲਣ ਵਾਲੇ ਬਹੁਤ ਥੋੜ੍ਹੇ ਹਨ। ਇਸ ਕਰਕੇ ਸਾਡੇ ਭਰੋਸੇ ਨੂੰ ਅਥਾਹ ਬਲ ਦਿੱਤਾ ਹੈ। ਭੱਟ ਸਾਹਿਬਾਨਾਂ ਨੇ ਜ਼ਿਕਰ ਕਰਦੇ ਹਨ, ਤਾਹੇ ਕਹਾਂ ਪਰਵਾਹ ਕਾਹੂ ਕੀ, ਕਿ ਉਹਨੂੰ ਪਰਵਾਹ, ਉਹਨੂੰ ਡਰ ਕੀ ਹੋ ਸਕਦਾ ਹੈ। ਜਾਂ ਕੈ ਬਸੀਸ ਧਰਿਓ ਗੁਰ ਹੱਥ, ਕੇ ਜਿਹਦੇ ਸਿਰ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ। ਕਿਰਪਾ ਕਰਨ ਸਤਿਗੁਰੂ ਸਾਹਿਬ ਜੀ ਸਵਈਆਂ ਦੀ ਪਾਵਨ ਪਵਿੱਤਰ ਬਾਣੀ ਦੇ ਜੋ ਵੀ ਗਿਆਨਾਤਮਕ ਜਗਿਆਸੂ ਭਗਤੀ ਭਾਵ ਹਨ, ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਣ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।